Hello students, so a very good morning to all of you. Yesterday we started off with P block elements, ठीक है, जिस दे विचों ਆਪਾਂ ਨੇ further start ਕੀਤਾ ਪਹਿਲਾਂ group 15, ठीक है, ਆਪਾਂ ਨੇ ਕੁਝ basic introduction ਕੀਤੀ ਸੀ group 15 ਨੂੰ. I hope ਕਿ ਤੁਸੀਂ ਉਹ ਸਾਰਾ cover ਕਰ ਚੁੱਕੇ ਹੋ, ਠੀਕ ਹੈ. ਅੱਜ ਜੋ ਆਪਾਂ ਨੇ ਪਹਿਲਾਂ start ਕਰਨਾ ਹੈ that is the question number 6 in your notes, in short answer questions. So discuss the properties in terms of electronegativity and catenation. ਤਾਂ ਬੱਚੇ electronegativity we all know ਕਿ ਜਿਵੇਂ ਜਿਵੇਂ ਆਪਾਂ ਇੱਕ ਗਰੁੱਪ ਦੇ ਵਿੱਚ particular group ਚ ਨੀਚੇ ਆਨੇ ਆ electronegativity goes on decreasing. So nitrogen will be the most electronegative element and bismuth will be the most electropositive element. Second property ਨੂੰ ਆਪਾਂ ਇੱਥੇ ਥੋੜਾ ਜਿਹਾ discuss ਕਰਾਂਗੇ. So second property is ਬੱਚੇ catenation. ਇੱਕ ਤਾਂ ਪਹਿਲੇ ਯਾਦ ਰੱਖਣਾ ਹੈ ਕਿ ਇਸ ਗਰੁੱਪ ਦੇ ਵਿੱਚ ਜਿਹੜੀ ਥੋੜੀ ਬਹੁਤ ਕੈਟੀਨੇਸ਼ਨ ਸ਼ੋ ਕਰਦਾ ਹੈ that is ਫਾਸਫੋਰਸ, ਹੋਰ ਕੋਈ ਨਹੀਂ ਸ਼ੋ ਕਰਦਾ. ਪਹਿਲਾਂ ਤਾਂ ਕੈਟੀਨੇਸ਼ਨ ਹੁੰਦੀ ਹੋਈ ਕੀ ਹੈ, ਤੁਸੀਂ ਕਾਰਬੋਨਾਈਡਸ ਕੰਪਾਊਂਡਸ ਜਾਂ ਆਰਗੈਨਿਕ ਚ ਆਪਾਂ ਪੜ੍ਹਦੇ ਹਾਂ, ਕਿਉਂਕਿ ਕਾਰਬਨ ਹੀ ਐਸਾ ਐਲੀਮੈਂਟ ਹੈ ਪੀਰੀਓਡਿਕ ਟੇਬਲ ਜਿਹੜਾ ਕਿ ਮੈਕਸਿਮਮ ਕੈਟੀਨੇਸ਼ਨ ਸ਼ੋ ਕਰਦਾ ਹੈ. ਇਨਫੈਕਟ ਕੈਟੀਨੇਸ਼ਨ ਹੀ ਉਹ ਸ਼ੋ ਕਰਦਾ ਹੈ. ਕੈਟੀਨੇਸ਼ਨ ਦੀ ਡੈਫੀਨੇਸ਼ਨ ਹੀ ਕਾਰਬਨ ਤੋਂ ਆਉਂਦੀ ਹੈ, ਠੀਕ ਹੈ ਨਾ. The ability of the atoms of an element to join with each other to form long chains is known as catenation. ਤੇ ਉਸ ਦੇ ਲਈ ਜਿਹੜੀ important property ਹੋਣੀ ਚਾਹੀਦੀ ਹੈ that is very high bond energy. So ਜੋ ਕਾਰਬਨ ਕਾਰਬਨ bond energy ਹੈ that is 353 kilojoules per mole. ਬੱਚੇ ਦੇਖੋ ਨਾ, ਅਗਰ ਮੈਂ ਇਹਨਾਂ ਨੂੰ ਜੋੜ ਕੇ ਇੱਕ ਲੰਮੀ ਚੇਨ ਬਣਾਣੀ ਹੈ, ਠੀਕ ਹੈ ਨਾ, ਅਗਰ ਮੈਂ ਇਹਨਾਂ ਦੋ ਸਾਰਿਆਂ ਨੂੰ ਐ ਜੋੜ ਕੇ ਲੰਬੀ ਚੇਨ ਬਣਾਣੀ ਹੈ ਤਾਂ ਉਹਦੇ ਲਈ ਕੰਡੀਸ਼ਨ ਕੀ ਹੈ ਕਿ ਇਹਨਾਂ ਦਾ ਆਪਸ ਵਿੱਚ ਜਿਹੜਾ ਜਿਹਦੇ ਨਾਲ ਮੈਂ ਇਹਨਾਂ ਨੂੰ ਜੋੜੂੰਗਾ that should be very strong, ਠੀਕ ਹੈ ਨਾ. So very high bond energy is needed ਅਗਰ ਆਪਾਂ ਨੇ ਕੈਟੀਨੇਸ਼ਨ ਦੀ ਪ੍ਰੋਪਰਟੀ ਲੈ ਕੇ ਆਣੀ ਹੈ, ਠੀਕ ਹੈ ਨਾ. ਸੋ ਬੱਚੇ ਨਾਈਟ੍ਰੋਜਨ ਜਿਹੜਾ ਸਿੰਗਲ ਬੌਂਡ ਹੈ, ਠੀਕ ਹੈ. ਹੁਣ ਇੱਥੇ ਇੱਕ ਦੋ ਚੀਜ਼ਾਂ very important ਡਿਸਕਸ ਕਰਾਂਗੇ ਆਪਾਂ. जो नाइट्रोजन सिंगल बॉन्ड है उसकी बॉन्ड एनर्जी होती है बच्चे राउंड अबाउट 160 किलोजूल्स पर मोल के करीब, ठीक है. जो फॉस्फोरस सिंगल बॉन्ड है दैट इज 202 किलोजूल्स पर मोल एंड आर्सेनिक ते जाके बच्चे वो फिर डिक्रीज होने लग जाता है 147 के करीब किलोजूल्स पर मोल. ये गड़ेगा पॉइंट. सो की हुंदा देखो, so what actually happens is कि देखो जो नाइट्रोजन है ਉੱਥੇ ਕੀ ਹੋਏਗਾ ਬੱਚੇ. so this is नाइट्रोजन सिंगल बॉन्ड, एक इलेक्ट्रॉन सपोज इन्होंने शेयर कर लिया, बाकी चार साइड पे पए है 1 2 3 4, ठीक है. सो बच्चे एक छोटा जा एटम होने करके एक छोटा जा एटम ते उस तो बाद छोटा जा अगर ਮੋਲੀਕਿਊਲ ਇਦਾਂ ਬਣਦਾ ਹੈ ਸਿੰਗਲ ਬੌਂਡ ਦੇ ਨਾਲ. ਵੈਸੇ ਤਾਂ ਦੇਖੋ ਨਾਈਟ੍ਰੋਜਨ ਟ੍ਰਿਪਲ ਬੌਂਡ ਹੁੰਦਾ ਹੈ, ਉਹ ਤੇ ਆਪਾਂ ਬਾਅਦ ਚ ਆਵਾਂਗੇ. ਸਿੰਗਲ ਬੌਂਡ ਹੋਣ ਕਰਕੇ ਜਿਹੜੀ ਇਹ ਸਿੰਗਲ ਬੌਂਡ એનર્ਜੀ ਹੈ ਨਾਈਟ੍ਰੋਜਨ ਦੀ that is very less 160. ਜੋ ਨਾਈਟ੍ਰੋਜਨ ਟ੍ਰਿਪਲ ਬੌਂਡ એનર્ਜੀ ਹੁੰਦੀ ਹੈ ਉਹ ਤਾਂ ਬਹੁਤ ਜ਼ਿਆਦਾ ਹੁੰਦੀ ਹੈ, ਉਸ ਤੇ ਆਪਾਂ ਦੁਬਾਰਾ ਆਵਾਂਗੇ. ਬਟ ਸਿੰਗਲ ਬੌਂਡ એનર્ਜੀ ਇਜ਼ ਵੈਰੀ ਲੋ. ਹੁਣ ਅਗਰ ਇਹੀ ਤੁਸੀਂ ਫਾਸਫੋਰਸ ਦੀ ਗੱਲ ਕਰੋਗੇ ਤਾਂ ਫਾਸਫੋਰਸ ਐਟਮ ਦਾ ਸਾਈਜ਼ ਵੱਡਾ ਹੋਣ ਕਰਕੇ ਬੌਂਡ ਲੈਂਥ ਵੱਧ ਜੂਗੀ. बॉन्ड लेंथ ਵਧਣ ਕਰਕੇ ਬੱਚੇ ਉਸ ਦੀ ਸਿੰਗਲ ਬੌਂਡ એનર્ਜੀ ਵਿਲ ਬੀ ਵੈਰੀ ਹਾਈ, ਠੀਕ ਹੈ, ਐਸ ਕੰਪੇਅਰ ਟੂ ਨਾਈਟ੍ਰੋਜਨ. ਹੁਣ ਤੁਸੀਂ ਕਹੋਗੇ ਸਰ ਫਿਰ ਤਾਂ ਕਿਉਂਕਿ ਇੱਥੇ ਇਲੈਕਟ੍ਰੋਨਿਕ ਰਿਪਲਸ਼ਨਸ ਬਹੁਤ ਜ਼ਿਆਦਾ ਨੇ, ਇੱਥੇ ਇਲੈਕਟ੍ਰੋਨਿਕ ਰਿਪਲਸ਼ਨਸ ਘਟ ਗਈਆਂ ਬੱਚੇ. ਹੁਣ ਤੁਸੀਂ ਕਹੋਗੇ ਕਿ ਸਰ ਫਿਰ ਤਾਂ ਆਰਸੈਨਿਕ ਦੇ ਕੇਸ ਚ ਹੋਰ ਵੀ ਘਟ ਜਾਣਗੀਆਂ ਰਿਪਲਸ਼ਨਸ, ਤਾਂ ਫਿਰ ਉਸ ਦੀ ਬੌਂਡ એનર્ਜੀ ਤਾਂ ਫਾਸਫੋਰਸ ਤੋਂ ਵੀ ਜ਼ਿਆਦਾ ਹੋਣੀ ਚਾਹੀਦੀ ਹੈ. ਨਹੀਂ, ਹੁਣ ਇੱਥੇ ਆਪਣਾ ਦੂਸਰਾ ਰੂਲ ਲੱਗਣ ਲੱਗ ਜਾਊਗਾ ਕਿ ਬੌਂਡ ਲੈਂਥ ਹੀ ਬਹੁਤ ਜ਼ਿਆਦਾ ਵੱਧ ਗਈ ਬੱਚੇ, ਠੀਕ ਹੈ ਨਾ. ਸੋ ਡਿਊ ਟੂ ਵੈਰੀ ਹਾਈ ਇਨਕਰੀਜ਼ ਇਨ ਬੌਂਡ ਲੈਂਥ ਫਿਰ ਆਪਣੀ ਬੌਂਡ એનર્ਜੀ ਘਟਣੀ ਸ਼ੁਰੂ ਹੋ ਜੂਗੀ. ਬਿਸਮਥ ਤੇ ਤਾਂ ਜਾ ਕੇ ਬੱਚੇ ਕੈਟੀਨੇਸ਼ਨ ਦਾ ਮਤਲਬ ਹੀ ਨਹੀਂ ਹੈ, ਕਿਉਂਕਿ ਬਿਸਮਥ ਤਾਂ ਹੁੰਦਾ ਹੀ ਮੈਟਲ ਹੈ ਤੇ ਮੈਟਲਸ ਤਾਂ ਮੋਨੋ ਐਟੋਮਿਕ ਹੀ ਮਿਲਦੇ ਆ ਆਪਾਂ ਨੂੰ. ਕਲੀਅਰ. ਸੋ ਇਸ ਗਰੁੱਪ ਦੇ ਵਿੱਚ ਜਿਹੜੀ ਥੋੜੀ ਬਹੁਤ ਕੈਟੀਨੇਸ਼ਨ ਸ਼ੋ ਕਰੂਗਾ that is ਫਾਸਫੋਰਸ, ਕਿਉਂਕਿ ਉਸ ਦੀ ਬੌਂਡ એનર્ਜੀ ਬਾਕੀ ਐਟਮਸ ਨਾਲੋਂ ਜ਼ਿਆਦਾ ਹੈ. ਸਿਮਿਲਰਲੀ ਜਦੋਂ ਆਪਾਂ ਨੈਕਸਟ ਗਰੁੱਪ ਕਰਾਂਗੇ ਤਾਂ ਥੋੜਾ ਬਹੁਤ ਸਲਫਰ, ਜਿਵੇਂ ਕਿ ਸਲਫਰ S8 ਹੁੰਦਾ ਹੈ, ਫਾਸਫੋਰਸ ਬੱਚੇ P4 ਹੁੰਦਾ ਹੈ, ਠੀਕ ਹੈ ਨਾ. ਨਾਓ ਹੁਣ ਇਸ ਦੇ ਨਾਲ ਚਲੋ ਇਹ ਕੁਐਸਚਨ ਆਪਾਂ ਕਵਰ ਕਰ ਚੁੱਕੇ ਹਾਂ, ਬਟ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਸਮਝਾਣੀ ਹੈ ਬੱਚੇ. ਸੋ ਉਹ ਕੀ ਹੈ ਦੇਖੋ,
कि नाइट्रोजन नाइट्रोजन सिंगल बॉन्ड ते डबल ट्रिपल बॉन्ड ਨੂੰ ਕੰਫਿਊਜ਼ ਨਹੀਂ ਕਰਨਾ ਹੁਣ ਆਪਸ ਵਿੱਚ। सो वैसे ही नाइट्रोजन मॉलिक्यूल ऐसा एग्जिस्ट करता है, फाइन ट्रिपल बॉन्ड बना के उसकी बॉन्ड एनर्जी बहुत ज्यादा होती है। तीन बॉन्ड्स ਨੂੰ ਤੋੜਨ ਲਈ ਸਾਨੂੰ ਚਾਹੀਦੀ ਹੈ ਇੱਥੇ ਲਗਭਗ 940 ਕਿਲੋ ਜੂਲਸ ਪਰ ਮੋਲ ਦੇ ਕਰੀਬ। ਐਗਜ਼ੈਕਟ ਵੈਲਿਊ ਤੁਸੀਂ ਨੋਟਸ ਚ ਚੈੱਕ ਕਰ ਸਕਦੇ ਹੋ, ਆਈ ਥਿੰਕ 946 ਹੁੰਦੀ ਹੈ, ਠੀਕ ਹੈ ਨਾ। ਤਾਂ ਇਹ ਬਹੁਤ ਜ਼ਿਆਦਾ ਹੈ ਬੱਚੇ, ਯੂ ਗੈਟਿੰਗ ਅ ਪੁਆਇੰਟ। ਦੇਖੋ ਹਾਈਡਰੋਜਨ ਹਾਈਡਰੋਜਨ ਬॉन्ड एनर्जी 433 O डबल बॉन्ड O, ये तो अपना नेक्स्ट ग्रुप आएगा ही। दिस इज 496, ਹੁਣ कंपेयर करो 946, बहुत ज्यादा बच्चे एज कंपेयर टू डबली बॉन्डेड ऑक्सीजन या सिंगली बॉन्डेड हाइड्रोजन। और इसी करके ਆਪਾਂ नाइट्रोजन ਨੂੰ ਕਹਿੰਦੇ ਹੁੰਦੇ ਆ ਕਿ ਇਹ ਵੀ ਇੱਕ ਤਰ੍ਹਾਂ ਦੀ ਬੱਚੇ ਇਨਰਟ ਗੈਸ ਹੀ ਹੈ। सो नाइट्रोजन आल्सो नियरली बिहेव्स एज एन इनर्ट गैस, ठीक है ना। नाइट्रोजन की कोई रिएक्टिविटी नहीं होती, ठीक है ना। यू गेटिंग अ पॉइंट। नाइट्रोजन इज नियरली इनर्ट। देखो ਆਪਾਂ जो ब्रीदिंग करते हैं, ठीक है ना, अपनी ब्रीदिंग प्रोसेस ਦੇ ਵਿੱਚ जो ਆਪਾਂ 에ਅਰ ਇਨਹੇਲ ਕਰ ਰਹੇ ਹਾਂ ਉਹਦੇ ਵਿੱਚ 21% ਆਕਸੀਜਨ ਤੇ 78% ਤਾਂ ਬੱਚੇ ਨਾਈਟ੍ਰੋਜਨ ਹੁੰਦੀ ਹੈ। ਉਹ ਨਾਈਟ੍ਰੋਜਨ ਆਪਾਂ ਐਜ਼ ਇਟ ਇਜ਼ ਐਕਸੇਲ ਕਰ ਦਿੰਦੇ ਆ, ਆਪਣੀ ਉਹ ਕਿਸੇ ਕੰਮ ਦੀ ਨਹੀਂ, ਬੀਇੰਗ ਨਾਨ ਰਿਐਕਟਿਵ, ਉਹ ਕੁਝ ਵੀ ਨਹੀਂ ਕਰਦੀ ਬੋਡੀ 'ਚ ਜਾ ਕੇ, ਐਜ਼ ਇਟ ਇਜ਼ ਬਾਹਰ ਆ ਜਾਂਦੀ ਹੈ। ਸੋ ਜਿਹੜੀ ਨਾਈਟ੍ਰੋਜਨ ਹੈ ਇਟ ਇਜ਼ ਕੰਪਲੀਟਲੀ ਅਨਰਿਐਕਟਿਵ। ਦ ਰੀਜ਼ਨ ਬੀਇੰਗ ਆਪਾਂ ਕੀ ਕਵਾਂਗੇ ਕਿ ਜਿਹੜਾ ਟ੍ਰਿਪਲ ਬੌਂਡ ਹੈ, ਹੁਣ ਦੇਖੋ ਬੱਚੇ ਦੋ ਗੱਲਾਂ ਨੂੰ ਕੰਫਿਊਜ਼ ਨਹੀਂ ਕਰਨਾ। ਮਤਲਬ ਕਈ ਵਾਰ ਬੱਚੇ ਕਹਿੰਦੇ ਨੇ ਸਰ ਤੁਸੀਂ ਕਦੇ ਕਹਿੰਦੇ ਹੋ ਕਿ ਬੌਂਡ એનર્ਜੀ ਬਹੁਤ ਜ਼ਿਆਦਾ ਹੈ, ਕਦੇ ਕਹਿੰਦੇ ਹੋ ਬੌਂਡ એનર્ਜੀ ਬਹੁਤ ਘੱਟ ਹੈ। ਕੈਟੀਨੇਸ਼ਨ ਸ਼ੋ ਕਰਨ ਲਈ ਬੱਚੇ ਐਟਮਸ ਦੇ ਅੱਗੇ ਦੀ ਅੱਗੇ ਜੁੜਨਾ ਹੈ, ਤਾਂ ਜਦੋਂ ਅੱਗੇ ਦੇ ਅੱਗੇ ਜੁੜੂਗਾ ਉਦੋਂ ਆਪਣਾ ਨਾਈਟ੍ਰੋਜਨ ਦਾ ਬੌਂਡ ਟ੍ਰਿਪਲ ਨਹੀਂ ਨਾ ਹੋਊਗਾ, ਉਹ ਡਬਲ ਹੋਊਗਾ। ਵਾਈ ਚੇਨਸ ਬਣਨਗੀਆਂ ਅੱਗੇ, ਠੀਕ ਹੈ ਨਾ। ਉਹ ਚੇਨਸ ਬਣਾਉਣ ਲਈ ਉਹਨੂੰ ਅੱਗੇ ਦੇ ਅੱਗੇ ਇੱਕ ਦੂਸਰੇ ਦੇ ਨਾਲ ਆਈ ਲਿੰਕ ਹੋਣਾ ਪਊਗਾ। ਯੂ ਗੈਟਿੰਗ ਅ ਪੁਆਇੰਟ। ਤਾਂ ਉਦੋਂ ਆਪਾਂ ਸਿੰਗਲ ਬੌਂਡ એનર્ਜੀ ਦੇਖਦੇ ਹਾਂ। ਸਿੰਗਲ ਬੌਂਡ એનર્ਜੀ ਨਾਈਟ੍ਰੋਜਨ ਦੀ ਬਹੁਤ ਘੱਟ ਹੈ, ਇਸ ਲਈ ਇਦਾਂ ਦੀਆਂ ਚੇਨਸ ਉਹ ਨਹੀਂ ਬਣਾ ਸਕਦਾ। ਉਹ ਸਿਰਫ ਆਪਾਂ ਨੂੰ N2 ਦੀ ਫਾਰਮ 'ਚ ਮਿਲਦਾ ਹੈ, ਤੇ ਜਦੋਂ ਉਹ N2 ਬਣਾਉਂਦਾ ਹੈ ਉਹ ਸਿੰਗਲ ਡਬਲ ਨਹੀਂ ਟ੍ਰਿਪਲ ਬੌਂਡ ਬਣਾਉਂਦਾ ਹੈ। ਤੇ ਟ੍ਰਿਪਲ ਬੌਂਡ ਨੂੰ ਤੋੜਨ ਲਈ ਜਿੰਨੀ એનર્ਜੀ ਚਾਹੀਦੀ ਹੈ ਉਹ ਨਾਰਮਲ ਰਿਐਕਸ਼ਨ ਕੰਡੀਸ਼ਨਸ ਦੇ ਵਿੱਚ, ਨਾਰਮਲ ਐਟਮੋਸਫੇਰਿਕ ਕੰਡੀਸ਼ਨਸ ਦੇ ਵਿੱਚ ਅਵੇਲੇਬਲ नहीं होती। इसलिए नाइट्रोजन नियरली बिहेव्स एज एन इनर्ट गैस। दिस इज कवर्ड अंडर क्वेश्चन नंबर 8 बच्चे, ठीक है ना। क्वेश्चन नंबर 8 सेज मॉलिक्यूलर नाइट्रोजन इज not particularly reactive या is unreactive at room temperature, why, ठीक है ना। ਇਹਦੇ ਨਾਲ ਹੀ ਤੁਹਾਨੂੰ ਮੈਂ ਇੱਕ ਹੋਰ ਚੀਜ਼ ਕਵਰ ਕਰਵਾ ਦਿੰਦਾ ਕਿ क्वेश्चन ये भी आ सकता है अपन कि नाइट्रोजन इज नियरली अनरिएक्टिव बट फॉस्फोरस इज वेरी रिएक्टिव, ठीक है ना। सो देखो बच्चे हुन एट द सेम टाइम अपन ये भी पता है कि जेड़ा फॉस्फोरस है, ठीक है, फॉस्फोरस अपन किथे मिलता है मैच स्टिक्स दे ऊपर। वैसे जो एक्चुअल हुंदा है मैच स्टिक्स दे विच दैट इज P4S3 फॉस्फोरस ट्राइसल्फाइड, ठीक है ना। बट ਉਹਦਾ ਮੇਨ ਕੰਪੋਨੈਂਟ ਰੈਡ ਫਾਸਫੋਰਸ ਹੀ ਹੈ। ਤੇ ਦੇਖੋ ਉਹ ਜਸਟ ਇੰਨੀ ਕੁ ਰਗੜ ਦੇ ਨਾਲ ਹੀ ਬਰਨ ਕਰ ਜਾਂਦਾ ਹੈ, ਹਾਈਲੀ ਰਿਐਕਟਿਵ। ਤਾਂ ਦੇਖੋ ਨਾਈਟ੍ਰੋਜਨ ਐਗਜ਼ਿਸਟ ਐਜ਼ ਇੱਕ ਛੋਟਾ ਜਿਹਾ ਮੋਲੀਕਿਊਲ, ਫਾਸਫੋਰਸ ਇਜ਼ ਅ ਹਿਊਜ ਮੋਲੀਕਿਊਲ, ਕਾਫੀ ਵੱਡਾ। ਠੀਕ ਹੈ, ਡਨ ਬੱਚੇ। ਹੁਣ ਇੱਥੇ ਆਪਾਂ ਨੇ ਇੱਕ ਦੋ ਕੁਐਸਚਨਸ ਕਵਰ ਕਰਨੇ ਆ। ਪਹਿਲਾ ਕੁਐਸਚਨ, why nitrogen is a gas and phosphorus is a solid। यही क्वेश्चन अगले ग्रुप च किवें आऊगा, ऑक्सीजन इज अ गैस ते सल्फर इज अ सॉलिड, ठीक है ना। सो हुण आपां नूं आंसर पता है। इत्थे ये दोनों किहड़े मॉलिक्यूल्स है, नॉन पोलर, सेम एटम्स दे विचकार है तां नॉन पोलर। ਤੇ ਨॉन ਪੋਲਰ ਮੋਲੀਕਿਊਲਸ ਦੇ ਵਿਚਕਾਰ ਕਿਹੜੀਆਂ ਫੋਰਸਸ ਹੁੰਦੀਆਂ ਨੇ, ਵੈਨ ਡਰ ਵਾਲਸ ਫੋਰਸਸ। ਐਂਡ ਵੈਨ ਡਰ ਵਾਲਸ ਫੋਰਸਸ ਆਰ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਸਾਈਜ਼ ਆਫ ਦ ਮੋਲੀਕਿਊਲ, ਠੀਕ ਹੈ। ਜਿਹੜੀਆਂ ਵੈਨ ਡਰ ਵਾਲਸ ਫੋਰਸਸ ਨੇ ਦੇ ਆਰ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਸਾਈਜ਼ ਆਫ ਦ ਮੋਲੀਕਿਊਲ। ਤਾਂ ਬੱਚੇ ਨਾਈਟ੍ਰੋਜਨ ਇੱਕ ਤਾਂ ਪਹਿਲਾ ਐਟਮ ਹੀ ਛੋਟਾ ਜਿਹਾ, ਉੱਤੋਂ ਦੀ ਮੋਲੀਕਿਊਲ 'ਚ ਦੋ ਐਟਮਸ ਹੈ। ਇੱਥੇ ਫਾਸਫੋਰਸ ਐਟਮ ਦਾ ਸਾਈਜ਼ ਵੀ ਵੱਧ ਗਿਆ, ਉੱਪਰੋਂ ਦੀ ਇੱਕ ਮੋਲੀਕਿਊਲ 'ਚ ਕਿੰਨੇ ਫਾਸਫੋਰਸ ਹੈ, 4।
सो ਆਪਾਂ ਲਿਖਾਂਗੇ ਕਿ ਜਦੋਂ ਆਪਾਂ ਨਾਈਟ੍ਰੋਜਨ ਤੋਂ ਫਾਸਫੋਰਸ ਆਏ ਸਾਈਜ਼ ਇੱਕਦਮ ਇਨਕਰੀਜ਼ ਹੋ ਗਿਆ, ਇੱਕਦਮ ਇਨਕਰੀਜ਼ ਹੋਣ ਕਰਕੇ ਵੈਨ ਡਰ ਵਾल्स फोर्सेस ਇੱਕਦਮ ਇਨਕਰੀਜ਼ ਹੋ ਗਈਆਂ ਐਂਡ ਇसी ਕਰਕੇ ਫਾਸਫੋਰਸ ਇਜ਼ ਅ ਸੋਲਿਡ ਐਟ रूम टेंपरेचर ਵਾਈਲ ਨਾਈਟ੍ਰੋਜਨ ਇਜ਼ ਅ ਗੈਸ। सेम आंसर अगले ग्रुप च की होगा, ऑक्सीजन एक छोटा सा मॉलिक्यूल है O2, सल्फर एक बड़ा मॉलिक्यूल है S8। सो वैन डर वाल्स फोर्सेस एकदम बढ़ गया, सल्फर इज अ सॉलिड एंड ऑक्सीजन इज अ गैस एट रूम टेंपरेचर। वेरी 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 इंपॉर्टेंट, ठीक है ना। ठीक है बच्चे, दूसरा कि फास्फोरस इज हाईली रिएक्टिव, व्हाई? ठीक है ना, कि फास्फोरस बहुत ज्यादा रिएक्टिव क्यों होता है, हुण मैं तुहानूं उसका आंसर देना है। सो बच्चे देखो, अगर ਆਪਾਂ ਨੂੰ ਇਹ क्वेश्चन पूछा जाता है कि why is phosphorus highly reactive at room temperature, फिर यही स्ट्रक्चर बना के ਆਪਾਂ ਕੀ लिखांगे कि देखो फास्फोरस को लेके एक लोन पेयर पे है ना, फाइन, ठीक है। तो ਹੁਣ देखो ਇੱਥੇ फास्फोरस ਦੀ हाइब्रिडाइजेशन कितनी हुई बच्चे, 3 सिग्मा बॉन्ड्स है, एक लोन पेयर, तो हाइब्रिडाइजेशन कितनी हुई फास्फोरस दी, sp3। ठीक है, जो sp3 हाइब्रिडाइजेशन होती है स्ट्रक्चर की होता है टेट्राहेड्रल एंड ईच एंगल इज 109 डिग्री 28 मिनट्स, मतलब जो एक्सपेक्टेड एंगल है। तो चलो लोन पेयर करके थोड़ा बहुत डिस्टोर्ट हो जाता है, जिवें कि एमोनिया दे केस च हुंदा 107 डिग्री, वाटर दे केस च हुंदा 104.5 डिग्री, बट इन केस ऑफ फास्फोरस जेड़ा एंगल है वो बन जाता है बच्चे ओनली एंड ओनली 60 डिग्री। ठीक है, तो हम तुम देखो कि कितनी ज्यादा डिस्टॉर्शन होगी, ठीक है ना, जो बॉन्ड एंगल है उसकी कितनी ज्यादा डिस्टॉर्शन होगी फास्फोरस दे केस च, एंड इस करके आप लिखांगे कि जेड़ा फास्फोरस मॉलिक्यूल है इट इज अंडर अ वेरी हाई एंगल स्ट्रेन, उसके ऊपर बहुत ज्यादा एंगल स्ट्रेन लग रहा है, ठीक है ना, इट इज अंडर वेरी हाई एंगल स्ट्रेन। बच्चे ये वर्ड मेंशन जरूर करना है, इट इज अंडर अ वेरी हाई एंगल स्ट्रेन, जिसके करके इट इज हाईली रिएक्टिव, ठीक है ना, स्टेबल नहीं होता। अगेन आई रिपीट कि अगर अपन क्वेश्चन आता है कि व्हाई नाइट्रोजन इज पर्टिकुलरली अनरिएक्टिव एट रूम टेंपरेचर, तो अपना आंसर की होएगा, अपना आंसर होएगा बच्चे कि नाइट्रोजन मॉलिक्यूल has a triple bond जिसकी bond energy is very high 946 kilojoules per mole, ठीक है, 946 kilojoules per mole इतनी ज्यादा एनर्जी अंडर नॉर्मल कंडीशंस अवेलेबल नहीं होती, ठीक है, जिस करके नाइट्रोजन इज पर्टिकुलरली अनरिएक्टिव। फाइन, अगर क्वेश्चन आता है कि फास्फोरस बहुत ज्यादा रिएक्टिव क्यों है, ठीक है, फिर अपना आंसर विल बी की in case कि phosphorus exists as P4 a tetrahedral molecule, जिथे phosphorus दी hybridization is sp3, ठीक है, तो each phosphorus is linked to 3 other phosphorus by 3 single bonds। sp3 hybridization होने करके the structure is expected to be tetrahedral with each bond angle 109 degree 28 minutes। however जो actual angle होता है phosphorus दे विच that is only 60 degree, so it is under a very high angle strain which leads to its very high reactivity। fine, so this is mentioned in question number 8 and 9, ठीक है, तुसी उठो कवर कर सकते हो। we'll come back to question number 7 now, ठीक है, so it's an easy question but important, ठीक है। so हाँ जी बच्चे, so question number 7 discuss the anomalous behavior of nitrogen। so ਆਪਾਂ +1 ਚ ਵੀ ਕਰ ਚੁੱਕੇ हैं S and P ਦੇ ਵਿੱਚ ਕਿ ਜਿਹੜਾ ਗਰੁੱਪ ਦਾ ਪਹਿਲਾ ਐਲੀਮੈਂਟ ਹੁੰਦਾ ਹੈ ਉਹ ਬਾਕੀ ਐਲੀਮੈਂਟਸ ਦੇ ਮੁਕਾਬਲੇ ਹਮੇਸ਼ਾ ਥੋੜਾ ਜਿਹਾ ਡਿਫਰੈਂਟ ਹੀ ਹੁੰਦਾ ਹੈ, ਠੀਕ ਹੈ ਨਾ, that is called as the anomalous behavior। और उसके तीन मेन रीजंस ਹੁੰਦੇ ਨੇ, नंबर 1 स्मॉल साइज, नंबर 2 वेरी हाई इलेक्ट्रोनेगेटिविटी या आयनाइजेशन एनर्जी। अगर मेटल की गल हो रही है तो आयनाइजेशन एनर्जी लिखते हैं, अगर नॉन मेटल की गल हो रही है तो इलेक्ट्रोनेगेटिविटी, जिवें कि ये। नंबर 3 एब्सेंस ऑफ डी ऑर्बिटल्स, ठीक है। तो ये तीन मेन रीजंस ने कि वो बाकियों तो अलग क्यों होता है। स्मॉल साइज तुसी नोट कर सकते हो, स्मॉल साइज, वेरी हाई इलेक्ट्रोनेगेटिविटी, एंड नंबर 3 इज एब्सेंस ऑफ एम्प्टी डी ऑर्बिटल्स, ठीक है।
ਹੁਣ ਇਹਨਾਂ ਤਿੰਨਾਂ ਦੇ ਕਰਕੇ ਨਾਈਟ੍ਰੋਜਨ ਹਾਊ ਡਸ ਇਟ ਡਿਫਰ। ਹੁਣ ਦੇਖੋ ਬੱਚੇ, ਜਦੋਂ ਆਪਾਂ ਨੈਕਸਟ ਗਰੁੱਪ ਕਰਾਂਗੇ ਉਦੋਂ ਆਕਸੀਜਨ ਵੀ ਆਈ ਆਏਗਾ ਕਿ ਵਾਈ ਆਕਸੀਜਨ ਡਿਫਰਸ, ਤੇ ਕਿਵੇਂ ਕਿਵੇਂ, ਹਨਾ। ਸੋ ਇਹਦਾ ਰੀਜ਼ਨਸ ਹੈ ਵੀ ਨਾਈਟ੍ਰੋਜਨ ਡਿਫਰੈਂਟ ਕਿਉਂ ਹੁੰਦਾ ਹੈ। ਹੁਣ ਆਪਾਂ ਪੁਆਇੰਟਸ ਦੱਸਣੇ ਆ ਕਿ ਹਾਊ ਇਟ ਇਜ਼ ਡਿਫਰੈਂਟ, ਠੀਕ ਹੈ। ਸੋ ਨੰਬਰ 1, it can form p pi multiple bonds। ठीक है, एक ट्रिपल बॉन्ड्स बना सकता है, जबकि फास्फोरस आपने हुणे कीता है कि इट इज लिंक्ड टू अदर फास्फोरस बाय सिंगल बॉन्ड्स ओनली। वो क्यों नहीं बना सकते? क्योंकि उन्हां दा एटॉमिक साइज ज्यादा होने करके, ठीक है। देखो बच्चे, नाइट्रोजन छोटा साइज होने करके बड़ी इजीली ट्रिपल बॉन्ड बना लेंदा है। फास्फोरस बड़ा साइज होने करके ट्रिपल बॉन्ड तो बनाऊगा नहीं, क्योंकि पाई बॉन्ड्स तो वैसे ही वीक होंदे ने, साइड वाइज ओवरलैप। तो इंस्टेड ऑफ डूइंग दैट वो तीन अलग-अलग फास्फोरस दे नाल तीन सिग्मा बॉन्ड्स बना लूगा। सो इट कैन नॉट फॉर्म मल्टीपल बॉन्डिंग। द नाइट्रोजन कैन फॉर्म p pi मल्टीपल बॉन्ड्स। सो सेकंड प्रॉपर्टी जिथे वो डिफर करता है, दैट इज नाइट्रोजन इज अ गैस, बाकी सारे की ने बच्चे सॉलिड्स। सो फिजिकल स्टेट ਆਪਾਂ ਹੁਣੇ ਇਹ ਵੀ ਰੀਜ਼ਨ ਕਰ ਚੁੱਕੇ ਕਿ ਨਾਈਟ੍ਰੋਜਨ ਗੈਸ ਹੁੰਦੀ ਹੈ ਤੇ ਬਾਕੀ ਸਾਰੇ ਸੋਲਿਡਸ ਹੁੰਦੇ ਨੇ। ਕਿਉਂ? ਕਿਉਂਕਿ ਨਾਈਟ੍ਰੋਜਨ ਐਗਜ਼ਿਸਟਸ ਐਜ਼ N2, ਫਾਸਫੋਰਸ P4, ਆਰਸੇਨਿਕ AS4, ਐਂਟੀਮਨੀ Sb4, ਬਿਸਮਥ Bi, ਮੋਨੋਟੋਨਿਕ ਕਿਉਂਕਿ ਉਹ ਮੈਟਲ ਹੈ, ਠੀਕ ਹੈ। ਸੋ ਬਿਸਮਥ ਦਾ ਸੋਲਿਡ ਹੋਏਗਾ ਕਿਉਂਕਿ ਉਸ ਦੇ ਵਿੱਚ ਵੈਰੀ ਸਟਰੋਂਗ ਮੈਟੈਲਿਕ ਬੌਂਡ ਹੈ। ਬਾਕੀ ਸਭ ਦੇ ਵਿੱਚ ਵੈਨ ਡਰ ਵਾਲਸ ਫੋਰਸਸ ਆਰ ਵੈਰੀ ਹਾਈ ਡਿਊ ਟੂ देयर ਲਾਰਜ ਸਾਈਜ਼। ਆਪਾਂ ਨੇ ਹੁਣੇ ਕਰ ਲਿਆ। Number 3, very low reactivity। So ਉਹ ਵੀ ਆਪਾਂ ਨੇ ਹੁਣੇ ਕਵਰ ਕਰ ਲਿਆ ਕਿ ਨਾਈਟ੍ਰੋਜਨ ਮੋਲੀਕਿਊਲ ਦੇ ਵਿੱਚ ਟ੍ਰਿਪਲ ਬੌਂਡ ਹੈ, ਜਿਸ ਨੂੰ ਤੋੜਨਾ ਇਜ਼ ਵੈਰੀ ਟਫ, ਬੌਂਡ એનર્ਜੀ ਵੈਰੀ ਹਾਈ, ਤਾਂ ਕਰਕੇ ਨਾਈਟ੍ਰੋਜਨ ਬਾਕੀਆਂ ਦੇ ਮੁਕਾਬਲੇ ਵੈਰੀ ਲੈਸ ਰਿਐਕਟਿਵ ਤੇ ਬਾਕੀ ਸਾਰੀਆਂ ਬਹੁਤ ਜ਼ਿਆਦਾ ਰਿਐਕਟਿਵ ਹੈ ਬੱਚੇ, ਠੀਕ ਹੈ ਨਾ। ਨੈਕਸਟ ਪ੍ਰੋਪਰਟੀ, नाइट्रोजन कैटिनेशन शो नहीं करती, जबकि फास्फोरस शो करता है, ठीक है। नेक्स्ट आपने कल ही किया कि नाइट्रोजन अपना ऑक्टेट एक्सपैंड नहीं कर सकता। सो इट कैनॉट फॉर्म पेंटाफ्लोराइड्स, पेंटाक्लोराइड्स एक्सेट्रा, मतलब वो पेंटाहेलाइड्स नहीं बना सकता ड्यू टू द एब्सेंस ऑफ d ऑर्बिटल्स, जबकि बाकी बना सकते हैं क्योंकि उन्हां कोल d ऑर्बिटल्स आर प्रेजेंट। सो बच्चे आपने रीजन भी कर लिया कि नाइट्रोजन बाकियां तो डिफरेंट क्यों है। आपने वो पॉइंट्स भी कर लिए कि नाइट्रोजन बाकियां तो डिफरेंट किवें है। नंबर 1, वो मल्टीपल बॉन्ड्स बना सकता है, बाकी नहीं बना सकते। नंबर 2, नाइट्रोजन गैस है, बाकी सारे सॉलिड्स है। नंबर 3, बाकी सारे बहुत ज्यादा रिएक्टिव है, नाइट्रोजन इतना ज्यादा रिएक्टिव नहीं है, इनफैक्ट लगभग इनर्ट ही होता है at room temperature। कैटिनेशन आप सिर्फ फास्फोरस नाल कंपेयर कर रहे हैं कि फास्फोरस कैटिनेशन शो करता है, नाइट्रोजन नहीं करती। आपने कल कीता है कि जिवें फास्फोरस PCl5 होता है, PF5 होता है, नाइट्रोजन पेंटाहेलाइड्स नहीं बनाता ड्यू टू द एब्सेंस ऑफ d orbitals। फाइन, नाउ वी शैल कवर a very important टॉपिक कह लो या क्वेश्चन कह लो, जेड़ा कि श्योर शॉर्ट एग्जाम च आएगा ही आएगा, ठीक है ना। विदाउट दिस क्वेश्चन अपना केमिस्ट्री एग्जाम कंप्लीट नहीं होता बच्चे, ठीक है ना। सो नाउ वी शैल डिस्कस द हाइड्राइड्स ऑफ p ब्लॉक। सो बच्चे हुण आपां स्टार्ट कर रहे हैं हाइड्राइड्स। चलो डेफिनेशन इज सिंपल, हाइड्राइड्स की होंदे ने कंपाउंड्स विद हाइड्रोजन ऑफ कोर्स, है ना। ਹੁਣ ਬੱਚੇ ਇੱਕ ਧਿਆਨ ਚ ਰੱਖਣਾ ਹੈ ਕਿ ਮੈਂ ਇੱਥੇ ਹਾਈਡਰਾਈਡਸ ਨੂੰ ਤਿੰਨੋਂ ਗਰੁੱਪਸ ਦੇ ਇਕੱਠੇ ਕਵਰ ਕਰਵਾਉਂਗਾ, ਨਾਈਟ੍ਰੋਜਨ ਫੈਮਿਲੀ, ਆਕਸੀਜਨ ਫੈਮਿਲੀ, ਹੈਲੋਜਨ ਫੈਮਿਲੀ। ਆਪਾਂ ਉਹਨਾਂ ਦੀਆਂ ਪ੍ਰੋਪਰਟੀਆਂ ਡਿਸਕਸ ਕਰਨੀਆਂ, ਤਾਂ ਜਦੋਂ ਆਪਾਂ ਆਕਸੀਜਨ ਫੈਮਿਲੀ ਤੇ ਹੈਲੋਜਨ ਫੈਮਿਲੀ ਕਰਾਂਗੇ ਆਪਾਂ ਉਦੋਂ ਡਿਸਕਸ ਨਹੀਂ ਕਰਾਂਗੇ, ਠੀਕ ਹੈ। ਤੁਸੀਂ ਕੀ ਕਰੋ, ਜਦੋਂ ਹੁਣ ਇੱਥੋਂ ਇੱਕ ਵਾਰੀ ਕੁਐਸਚਨ ਕਵਰ ਕਰ ਲਿਆ, p ਬਲੌਕ ਦੇ ਵਿੱਚੋਂ ਹੀ ਆਕਸੀਜਨ ਫੈਮਿਲੀ ਖੋਲ ਲਿਓ, ਉੱਥੋਂ ਵੀ ਕਵਰ ਕਰ ਲਿਓ ਤੇ ਹੈਲੋਜਨਸ ਚੋਂ ਵੀ ਕਵਰ ਕਰ ਲਿਓ। ਸੋ ਦੇਖੋ ਬੱਚੇ, ਨਾਓ in group 15 we have nitrogen, phosphorus, arsenic, antimony and bismuth।
we have oxygen, sulfur, selenium, tellurium, polonium, fluorine, chlorine, bromine, iodine and acetylene. Fine. हाँ जी बच्चे, so these are the elements जिन्हां दे हाइड्राइड्स ਆਪਾਂ ने डिस्कस करने हैं. Of course, नाइट्रोजन का हैलाइड हाइड्राइड अमोनिया, phosphine, arsine, styrene, bismuthine, H2O, H2S, H2SC, H2PE, H2PO ਆਪਾਂ डिस्कस नहीं करांगे, पोलोनियम being radioactive, HF, HCl, HBr, HI and again acetylene is radioactive बच्चे. ठीक है. सो देखो ਆਪਾਂ प्रॉपर्टीज डिस्कस करनियां ने हाइड्राइड्स ਦੀਆਂ. फाइन. जिथे जिथे कोई एक्सेप्शन या कुछ होर आएगी उस मैं मेंशन करांगा. अदरवाइज ਆਪਾਂ ਤਿੰਨਾਂ ਦੇ ਪੁਆਇੰਟ ਆਫ व्यू ਨਾਲ ਹੀ प्रॉपर्टीज डिस्कस करांगे. एंड जो पहली प्रॉपर्टी ਆਪਾਂ ਨੇ डिस्कस करनी है दैट इज द structure and hybridization. Structure and hybridization. So बच्चे ਜਿਹੜੇ ਬੱਚਿਆਂ ਨੂੰ structures and hybridizations calculate ਕਰਨੀਆਂ ਆਂਦੀਆਂ that is well and fine. ਜਿਨ੍ਹਾਂ ਨੂੰ ਨਹੀਂ ਵੀ ਆਂਦੀਆਂ no need to worry. मैं structures and hybridizations ਦੇ ਉੱਪਰ ਇੱਕ separate lecture ਲਗਾਉਂਗਾ. ਠੀਕ ਹੈ ਨਾ. ਸੋ ਆਪਾਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ. ਠੀਕ ਹੈ ਨਾ. सो पहला ਆਪਾਂ ਇੱਧਰ डिस्कस करांगे ग्रुप 15. ठीक है. सो ग्रुप 15. सो मैं एक जनरल नेम लिख लेना सेंट्रल एटम ली E, चाहे वो नाइट्रोजन है, फास्फोरस है, आर्सेनिक है, एंटीमनी है, बिस्मथ है, क्योंकि सब दे कोल आउटर शेल च 5 इलेक्ट्रॉन्स है. सो दे ऑल हैव 5 इलेक्ट्रॉन्स. ठीक है. सब दा स्ट्रक्चर की होएगा जिद्दां एमोनिया दा स्ट्रक्चर हुंदा बच्चे. ठीक है ना. सो 1 2 3 तीन बॉन्ड्स बनणगे तीन अलग-अलग हाइड्रोजन्स दे नाल एंड द स्ट्रक्चर इज कॉल्ड पिरामिडल. एंड सेंट्रल एटम दी हाइब्रिडाइजेशन कितनी होएगी 1 2 3 सिग्मा प्लस एक लोन पेयर 4. सो सेंट्रल एटम इज sp3 हाइब्रिडाइज्ड. डन. सो ग्रुप 15 दे विच hybridization of the central atom is sp3. clear बच्चे. ग्रुप 15 ਦੇ हाइड्राइड सॉरी. ठीक है ना. स्ट्रक्चर सबका की है पिरामिडल. ठीक है ना. क्योंकि आउटर शेल ਦੇ ਵਿੱਚ ਸਭ ਕੋਲ 5-5 ਇਲੈਕਟ੍ਰॉन्स ਹੈ. सिर्फ एक चीज ਦਾ ਫਰਕ ਹੁੰਦਾ ਹੈ बॉन्ड एंगल्स. अगर ਤਾਂ ਦੇਖੋ ਇੱਥੇ ਲੋਨ पेयर ਨਾ ਹੁੰਦਾ. देखो बच्चे ਹੁਣ ਧਿਆਨ ਨਾਲ ਸੁਣ ਲਓ. सपोज अगर मैं ਗੱਲ ਕਰਾਂ कार्बन फैमिली ਦੀ, एक कार्बन है एक सिलिकॉन. सो डन एंड डन. ठीक है. एक और एग्जांपल मीथेन, फ्लोरीन. सो हम ध्यान नाल सुनो. अगर ਤਾਂ ਇੱਕ ਰੈਗੂਲਰ ਸਟਰਕਚਰ ਹੈ ਤੇ ਸੈਂਟਰਲ ਐਟਮ ਸੇਮ ਹੈ, ਜਿੱਦਾਂ ਕਿ ਮੈਂ ਤਿੰਨ ਐਗਜ਼ਾਮਪਲ ਦਿੱਤੀਆਂ CCl4 CH4 CF4. ਠੀਕ ਹੈ. ਤਿੰਨਾਂ ਦਾ ਸਟਰਕਚਰ ਆਫ ਕੋਰਸ ਕੀ ਹੈ ਟੈਟਰਾहेड्रल. ਹੁਣ ਬੱਚੇ ਸਾਈਡ ਐਟਮ ਦੇ ਉੱਪਰ ਕੁਝ ਵੀ ਡਿਪੈਂਡ ਨਹੀਂ ਕਰਦਾ. ਠੀਕ ਹੈ. अगर लोन पेयर नहीं हैगा ਤਾਂ ਨਾ ਸਾਈਡ ਐਟਮ ਨਾ ਸੈਂਟਰਲ ਐਟਮ ਕਿਸੇ ਦਾ ਕੋਈ ਰੋਲ ਨਹੀਂ ਹੈ. ਸਭ ਦੇ ਵਿੱਚ देखो 4 इलेक्ट्रॉन सी चारों शेयर हो गए, चाहे वो कार्बन दे सी चाहे सिलिकॉन दे सी, चाहे क्लोरीन नाल शेयर कीते चाहे फ्लोरीन नाल शेयर कीते. सब दा स्ट्रक्चर टेट्राहेड्रल विद ईच एंगल 109 डिग्री 28 मिनट्स. 109 डिग्री 28 मिनट्स 109 डिग्री 28 मिनट्स 109 डिग्री 28 मिनट्स. कोई फर्क नहीं. ठीक है. हाउएवर अगर लोन पेयर आऊगा तो चाहे तुसी सेंट्रल एटम चेंज करो चाहे साइड एटम चेंज करो, अपने बॉन्ड एंगल चेंज होंगे. स्ट्रक्चर पिरामिडल ही रहूगा बट एंगल्स चेंज हो जाएंगे. उस पॉइंट पे भी आप आएंगे आगे. ठीक है. सो फिलहाल स्ट्रक्चर की है ना शब्द पिरामिडल विद हाइब्रिडाइजेशन ऑफ द सेंट्रल एटम sp3. ताइयों मैं देखो इतने बॉन्ड एंगल्स मेंशन नहीं कीते क्योंकि अपन अमोनिया का बॉन्ड एंगल तो सबको याद ही होता है 107.
फॉस्फीन pH3 ਦਾ ਕਿੰਨਾ ਹੋਏਗਾ ਅੱਗੇ 94 ਸੋ ਬਹੁਤ ਫਰਕ ਹੈ ਉਸ ਤੇ ਬਾਅਦ ਅਗਲੇ ਪੁਆਇੰਟ ਤੇ ਆਉਂਦੇ ਹਾਂ ਹੁਣ ਆ ਜਾਓ ਗਰੁੱਪ 16 सो अगेन सेंट्रल एटम ਨੂੰ मैं E मान लिया ठीक है वो चाहे ऑक्सीजन है सल्फर सेलेनियम टेलुरियम कुछ भी ठीक है सो 1 2 3 4 5 एंड 6 दो इलेक्ट्रॉन्स ये शेयर करेंगे हाइड्रोजन्स ਦੇ ਨਾਲ शेप होएगी बच्चे बेंट हाइब्रिडाइजेशन कितनी हुई 2 सिग्मा 2 लोन पेयर्स टोटल 4 अगेन sp3 clear done so group 15 ਦੇ ਵਿੱਚ central atom group 15 ਦੇ ਹਾਈਡਰਾਈਡਸ ਦੇ ਵਿੱਚ central atom ਦੀ hybridization is sp3 shape is pyramidal group 16 ਦੇ ਵਿੱਚ central atom group 16 ਦੇ ਹਾਈਡਰਾਈਡਸ ਦੇ ਵਿੱਚ central atom ਦੀ hybridization is again sp3 shape is bent clear now अगर मैं group 17 ਦੀ ਗੱਲ ਕਰਾਂ अगर मैं ग्रुप 17 ਦੀ ਗੱਲ ਕਰਾਂ ਫॉर एग्जांपल फ्लोरीन पहले नंबर ਤੇ H ਨਾਲ ਇੱਕ ਇਲੈਕਟ੍ਰੋਨ ਸ਼ੇਅਰ ਕਰੂਗੀ ਤਿੰਨ ਉਹਦੇ ਕੋਲ ਸਾਈਡ ਤੇ ਪਏ ਰਹਿਣਗੇ ਤਾਂ ਸ਼ੇਪ ਤਾਂ ਲੀਨੀਅਰ ਹੀ ਬਣ ਗਈ ਬੱਚੇ ਹੈ ਨਾ ਸਟ੍ਰੇਟ ਲਾਈਨ फ्लोरीन ਦੀ ਹਾਈਬ੍ਰਿਡਾਈਜੇਸ਼ਨ ਕਿੰਨੀ ਹੋਈ ਫਟਾਫਟ ਕੈਲਕੂਲੇਟ ਕਰੋ ਆਪਣੇ ਦਿਮਾਗ 'ਚ ਜਿੱਦਾਂ ਮੈਂ ਦੱਸ ਰਿਹਾ ਇੱਕ ਸਿਗਮਾ ਤਿੰਨ ਲੋਨ ਪੇਅਰ ਟੋਟਲ 4 ਸੋ ਸਾਰੇ ਕਹਿਣਗੇ ਕਿੰਨੀ sp3 ਨਹੀਂ only the central atom is hybridized ਇੱਥੇ ਕੋਈ central atom ਨਹੀਂ ਇਸ ਕਰਕੇ structure and hybridization ਦਾ ਕੁਐਸਚਨ ਇੱਥੇ ਨਹੀਂ ਆ ਸਕਦਾ ਠੀਕ ਹੈ ਸੋ ਗਰੁੱਪ 15 ਦੇ ਵਿੱਚ pyramidal ਗਰੁੱਪ 16 ਦੇ ਵਿੱਚ bent ਇੱਥੇ ਕੋਈ shape ਕੋਈ hybridization ਨਹੀਂ ਹੈ ਕਿਉਂਕਿ only the orbitals of central atom are hybridized side atoms ਦੀ ਕਦੇ ਕੋਈ hybridization ਨਹੀਂ ਹੁੰਦੀ ਠੀਕ ਹੈ so this is our first property structure and hybridization we'll move on to the second property now so we'll move on to the second property जो अपन ने डिस्कस करनी है that is bond angles तो of course bond angles भी इन दोनों के केस च आऊगा क्योंकि इतना कोई एंगल ही नहीं बनना ठीक है ना सो बच्चे को देखो bond angle का लॉजिक की है ध्यान ਨਾਲ सुनो एक फ्रीक्वेंट गलती है बच्चों की रीजन बीइंग बच्चे कहणगे देखो बच्चे कहणगे कि सर ਜਿਵੇਂ ਜਿਵੇਂ ਨੀਚੇ ਆਉਂਦੇ ਆ ਸੈਂਟਰਲ ਐਟਮ ਦਾ ਸਾਈਜ਼ ਵੱਧਦਾ ਤਾਂ ਸਾਈਜ਼ ਵਧਣ ਕਰਕੇ ਆਪਣੇ ਕੋਲ ਸਪੇਸ ਜ਼ਿਆਦਾ ਹੋ ਜੂਗੀ ਐਂਡ ਦ ਬੌਂਡ ਐਂਗਲਸ ਵਿਲ ਇਨਕਰੀਜ਼ ਨਹੀਂ ਠੀਕ ਹੈ ਜੋ ਬੌਂਡ ਐਂਗਲਸ ਹੁੰਦੇ ਨੇ ਵੈਸੇ ਤਾਂ ਮੈਂ ਮੈਂਸ਼ਨ ਹੀ ਕਰ ਦਿੰਦਾ ਆਪਾਂ ਨੂੰ ਇਸ ਸਟੇਜ ਦਾ ਲਰਨ ਹੀ ਹੋ ਜਾਣੇ ਚਾਹੀਦੇ ਆ 107 94 92 91 90 clear so bond angles are clearly decreasing down the order ठीक है ना ਜਿਵੇਂ ਜਿਵੇਂ ਆਪਾਂ ਨੀਚੇ ਆ ਰਹੇ ਹਾਂ ਹਾਈਡਰਾਈਡਸ ਦੇ ਬੌਂਡ ਐਂਗਲਸ ਆਰ ਡਿਕਰੀਜ਼ਿੰਗ ਸੇਮ ਆਰਡਰ ਇੱਥੇ ਫੋਲੋ ਹੋਊਗਾ ਬੱਚੇ ਤਾਈਓ ਮੈਂ ਇਕੱਠੇ ਕਰਵਾ ਰਹੇ ਹਾਂ ਠੀਕ ਹੈ ਨਾਓ ਰੀਜ਼ਨ ਸੋ ਅਗੇਨ ਦ ਰੀਜ਼ਨ ਸ਼ੁੱਡ ਬੀ ਬੈਂਗ ਔਨ ਠੀਕ ਹੈ ਸੋ ਕਿਉਂ ਦੇਖੋ ਦਿਸ ਇਜ਼ ਨਾਈਟ੍ਰੋਜਨ this is phosphorus clear done बच्चे so आपा की लिखांगे so देखो point wise reasons ਨੂੰ learn करना है जिवें जिवें आपा नीचे आवांगे आपा लिखांगे कि while moving down the group electronegativity of E decreases E की है थे सेंट्रल एटम नाइट्रोजन फास्फोरस आर्सेनिक एंटीमनी बिस्मथ या ऑक्सीजन सल्फर सेलेनियम टेलुरियम जो भी ठीक है इलेक्ट्रोनेगेटिविटी घटती जा रही है बच्चे अगर नाइट्रोजन इज मोस्ट इलेक्ट्रोनेगेटिव फास्फोरस इज लेस इलेक्ट्रोनेगेटिव एज कंपेयर टू नाइट्रोजन ठीक है अगर इलेक्ट्रोनेगेटिविटी घट गई तो तुसी खुद देखो ਜਿਹੜੇ ਇਸ ਬੌਂਡ ਦੇ ਇਲੈਕਟ੍ਰॉन्स ਨੇ ਉਹ ਨਾਈਟ੍ਰੋਜਨ ਵੱਲ ਤਾਂ ਬਹੁਤ ਚੰਗੀ ਤਰ੍ਹਾਂ ਅਟਰੈਕਟਡ ਰਹਿਣਗੇ ठीक है ਇੱਥੇ ਹੁਣ ਫਾਸਫੋਰਸ ਨਾਈਟ੍ਰੋਜਨ ਦੇ ਮੁਕਾਬਲੇ ਘੱਟ ਹੈ ਤਾਂ ਥੋੜੇ ਜਿਹਾ ਦੂਰ ਚਲੇ ਗਏ क्लियर सो ਆਪਾਂ ਕੀ ਲਿਖਾਂਗੇ bond pairs of electrons move away from the central atom
ठीक है। सो सेंट्रल एटम की इलेक्ट्रोनैगेटिविटी घटन करके ਜਿਹੜੇ ਇਲੈਕਟ੍ਰॉन्स ਦੇ बॉन्ड पेयर्स है वो सेंट्रल एटम तो दूर जाते जा रहे हैं जिवें जिवें ਆਪਾਂ नीचे जा रहे हैं, ठीक है। एज अ रिजल्ट डिस्टेंस बिटवीन बॉन्ड पेयर्स इंक्रीज कर गया। सो अपन को क्लियरली दिख रहा है, आता बिल्कुल पास पास है, आ थोड़े दूर हो गए कि नहीं, आपस की दूरी बढ़ गई। जो दूरी बढ़ गई तो रिपल्शन बिटवीन द बॉन्ड पेयर्स डिक्रीज कर गई। इत्थे ज्यादा रिपल्शन होगी बॉन्ड पेयर्स ऑफ इलेक्ट्रॉन्स, इत्थे घट रिपल्शन होगी। जो रिपल्शन घट होगी तो पास आ जाएंगे। सो द बॉन्ड्स विल कम closer to each other and as a result ਜਿਹੜੇ bond angles है they will decrease. So the bond angles in case of hydrides will decrease while coming down in the group. I hope this is well and fine, clear, ठीक है, easy. Next यही same explanation इत्थे आएगी, ठीक है। So we'll move on to the next property, property number 3. अच्छा बच्चे प्रॉपर्टी नंबर 3 एंड 4 इंटररिलेटेड है, सो ध्यान में करना है। सो प्रॉपर्टी नंबर 3 दैट इज थर्मल स्टेबिलिटी। दिस इज इजी। सो थर्मल स्टेबिलिटी बच्चे, ठीक है। सो दिस इज एमोनिया, phosphorus. Phosphorus is larger, बड़ा एटम है as compared to hydrogen, so bond length बढ़ जू। जो bond length बढ़ जूगी तो bond की strength घट जू, और तोड़ना easy हो जाएगा, ठीक है ना। सो देखो while moving down the group size of central atom increases, as a result bond length increases, as a result bond strength decreases, as a result thermal stability decreases. Clear बच्चे, गल समझ गए ना। सो देखो थर्मल स्टेबिलिटी हुंदी की है कि बॉन्ड्स ਨੂੰ ਤੋੜਨ ਲਈ ਕਿੰਨੀ એનર્ਜੀ ਚਾਹੀਦੀ ਹੈ, ठीक है ना। सो ਜਿਵੇਂ ਜਿਵੇਂ नीचे ਆਵਾਂਗੇ बॉन्ड लेंथ ਵਧੂਗੀ, बॉन्ड ਨੂੰ ਤੋੜਨਾ ਈਜ਼ੀ ਹੋ ਜਾਊਗਾ, तो थर्मल स्टेबिलिटी डिक्रीज करते जाओगे, ठीक है। नेक्स्ट प्रॉपर्टी इधर नाल ही रिलेटेड है। सो प्रॉपर्टी नंबर 4 रिड्यूसिंग नेचर। सो प्रॉपर्टी नंबर 4 रिड्यूसिंग नेचर, ठीक है। हुन रिड्यूसिंग नेचर की है, रिड्यूस किसी ਨੂੰ रिड्यूस करने का मतलब की ਹੁੰਦਾ है, या तो उस तो ऑक्सीजन लेना या उसਨੂੰ हाइड्रोजन देना, ठीक है। सो देखो देखो आप नीचे आ रहे हैं, थर्मल स्टेबिलिटी घट रही है, बॉन्ड जल्दी टूटेंगे, यानी कि हाइड्रोजन जल्दी रिलीज होगी। सो एबिलिटी टू रिलीज हाइड्रोजन इंक्रीज कर जूगी। ये सब तो लेट रिलीज करूंगा हाइड्रोजन, ये उस तो जल्दी करूंगा, अगला उस तो जल्दी, एंड सो ऑन। सो रिड्यूसिंग करैक्टर इंक्रीजेस। सो अगर आप थर्मल स्टेबिलिटी की गल करिए, एमोनिया सब तो ज्यादा स्टेबल है, बिस्मुथीन सब तो घट स्टेबल है। अगर आप रिड्यूसिंग नेचर की गल करिए, एमोनिया दी रिड्यूसिंग नेचर सब तो घट है, वीकेस्ट रिड्यूसिंग एजेंट, ते बिस्मुथीन इज द स्ट्रॉन्गेस्ट रिड्यूसिंग एजेंट। क्लियर बच्चे। सो एट द पॉइंट वाइज याद रखो, ते जो रीजन आपने लिखने ने बिल्कुल बैंग ऑन रीजंस लिखने हैं, ठीक है ना। सो नाउ वी शैल मूव ऑन टू द नेक्स्ट प्रॉपर्टी, अगेन वेरी इंपॉर्टेंट। सो बच्चे नेक्स्ट प्रॉपर्टी जो आपने डिस्कस करनी है दैट इज बॉइलिंग पॉइंट्स। सो इन हाइड्राइड्स दे बॉइलिंग पॉइंट्स किवें चेंज होणगे, हुण इहदे विच एक लॉजिक है, ध्यान नाल, ठीक है। सो देखो एक चीज तो ऑफ कोर्स हैगी भी है कि आपां की कहांगे कि while moving down
साइज ऑफ सेंट्रल एटम इंक्रीज करता जाएगा, ठीक है। जिमें जिमें नीचे आने वक्त साइज इंक्रीज करेगा तो ऑफ कोर्स साइज ऑफ मॉलिक्यूल भी इंक्रीज करेगा। सेंट्रल एटम बढ़ रहे हैं ना, तो देखो हाइड्रोजन तक तीन सब दे नाल ही लगी हैं, तो साइज ऑफ हाइड्राइड भी इंक्रीज करेगा। अगर इस फैमिली की गल हो रही है तो इत्थे H2E लिख देंगे, है ना। ते जिवें जिवें साइज बढ़ रहा है तो ऑफ कोर्स वैन डर वाल्स फोर्सेस बढ़दियां जा रही हैं, तो उस करके बॉइलिंग पॉइंट इंक्रीज करता जा रहा है, ठीक है। देखो बाकी सब कुछ तो सेम ही है ना, सो आप कहांगे कि दे आर पोलर मॉलिक्यूल्स। तो जे एमोनिया पोलर है, ये भी पोलर है, ये भी पोलर है, ये भी पोलर है, सारे पोलर ही है, तो सिर्फ फर्क की पै रहा साइज बढ़ रहा है जिसके करके वैन डर वाल्स फोर्सेस बढ़ रही हैं, पर उन्होंने विच लॉजिक की है। सो इस दे अकॉर्डिंग तो आप एक्सपेक्ट करांगे कि एमोनिया दा बॉइलिंग पॉइंट सब तो घट फॉस्फीन, आर्सीन, स्टाइवीन एंड बिस्मथीन, ठीक है। सिमिलरली वाटर H2SC, सॉरी H2S, H2SC, H2PE, HF, HCl, HBr एंड HI। सो ये ऑर्डर बन गया अपने को बॉइलिंग पॉइंट दे, है ना। पर हुण एक होर फैक्टर भी आऊगा विच, केड़ा एमोनिया वाटर ते HF दे केस की होगी हाइड्रोजन बॉन्डिंग, गेटिंग अ पॉइंट। बाकी सब दे केस दा डाइपोल डाइपोल है, NO एंड F दे शो हाइड्रोजन बॉन्डिंग विद हाइड्रोजन, ठीक है ना। ते हाइड्रोजन बॉन्डिंग बहुत स्ट्रांग हुंदी है एज कंपेयर टू नॉर्मल डाइपोल डाइपोल या वैन डर वाल्स फोर्स। तो इन्हां विचों भी सब तो स्ट्रांग हाइड्रोजन बॉन्डिंग किहदे च हुंदी है, HF च, क्योंकि फ्लोरीन सब तो ज्यादा इलेक्ट्रोनेगेटिव है। सो बच्चे HF दा बॉइलिंग पॉइंट सब तो ज्यादा होगा, क्लियर है। सो अपने को ऑर्डर की बन गया बच्चे, ध्यान नाल HCl सब तो घट, HBr उस तो ज्यादा, HI उस तो ज्यादा, सब तो ज्यादा HF। सिमिलरली वाटर दा बॉइलिंग पॉइंट सब तो ज्यादा। सो ऑर्डर H2S लेस देन H2SC लेस देन H2PE, बट हुन एमोनिया सब तो ज्यादा नहीं, क्योंकि एमोनिया च हाइड्रोजन बॉन्डिंग दी स्ट्रेंथ बहुत पुअर हुंदी है। सो ये इत्थे जे चला जाऊगा। सो ड्यू टू हाइड्रोजन बॉन्डिंग फॉस्फीन ते आर्सीन के मुकाबले के ज्यादा होगा, बट स्टाइवीन ते बिस्मुथीन तो घट होगा। सो सब तो ज्यादा बॉइलिंग पॉइंट ग्रुप 15 दे हाइड्राइड्स चो किदा होगा, बिस्मुथीन दा, क्लियर। सब तो घट किदा होगा, फॉस्फीन दा, क्लियर बच्चे। ਆਪਾਂ ਨੂੰ ਥਿਉਰੀ ਐਗਜ਼ਾਮ ਦੇ ਵਿੱਚ ਅਗਰ ਕੁਐਸਚਨ ਆਣਾ ਤਾਂ ਸਿਰਫ ਪਹਿਲੇ ਦੋ ਹੀ ਕੰਪੇਅਰ ਕਰਾਂਗੇ, ਕਿਦਾਂ why boiling point of water is greater than H2S, या water is a liquid ਤੇ H2S is a gas, HF is a liquid ਤੇ HCl is a gas, boiling point of ammonia is greater than phosphine। ਜਿਹੜਾ ਪ੍ਰੋਪਰ ਆਰਡਰ ਹੈ ਉਹ ਆਪਾਂ ਨੂੰ ਬੱਚੇ MCQs ਟਾਈਪ ਕੁਐਸਚਨਸ ਦੇ ਵਿੱਚ ਪੁੱਛਿਆ ਜਾ ਸਕਦਾ ਹੁੰਦਾ ਹੈ, ਕਲੀਅਰ, ਠੀਕ ਹੈ। ਨਾਓ ਹੁਣ ਧਿਆਨ ਨਾਲ ਸੁਣੋ, ਇਹਦੇ ਨਾਲ ਹੀ ਰਿਲੇਟਡ ਹੋ ਜਾਂਦੀ ਹੈ ਬੱਚੇ ਅਗਲੀ ਪ੍ਰੋਪਰਟੀ, ਖੈਰੋਂ ਡਿਸਕਸ ਕਰਨ ਦੀ ਲੋੜ ਨਹੀਂ, ਵੋਲੇਟਾਈਲਿਟੀ। ਹੁਣ ਜਿਹਦਾ ਬੋਇਲਿੰਗ ਪੁਆਇੰਟ ਸਭ ਤੋਂ ਜ਼ਿਆਦਾ ਹੈ ਉਹ ਸਭ ਤੋਂ ਘੱਟ ਵੋਲੇਟਾਈਲ, ਜਿਹਦਾ ਸਭ ਤੋਂ ਘੱਟ ਹੈ ਉਹ ਸਭ ਤੋਂ ਜ਼ਿਆਦਾ ਵੋਲੇਟਾਈਲ। ਵੋਲੇਟਾਈਲ ਕੀ ਹੁੰਦਾ ਹੈ ਕਿ ਜਿਹੜਾ ਜਲਦੀ ਬੋਇਲ ਆਫ ਹੋ ਜੇ, ਹਨਾ। ਹੁਣ ਇੱਥੇ ਅਗਰ ਕੁਐਸਚਨ ਆਉਂਦਾ ਕਿ ਸਭ ਤੋਂ ਜ਼ਿਆਦਾ ਵੋਲੇਟਾਈਲ ਕੌਣ ਹੈ, HCl, ਸਭ ਤੋਂ ਘੱਟ ਵੋਲੇਟਾਈਲ ਕੌਣ ਹੈ, HF, ਠੀਕ ਹੈ। ਇੱਥੇ ਅਗਰ ਕੁਐਸਚਨ ਆਉਂਦਾ ਸਭ ਤੋਂ ਜ਼ਿਆਦਾ ਵੋਲੇਟਾਈਲ ਕੌਣ ਹੈ, ਫਾਸਫੀਨ, सब तो घट वॉलेटाइल कौन है, बिस्मथीन, ठीक है। बेसिकली वॉलेटाइलिटी दा ऑर्डर बॉइलिंग पॉइंट दे ऑर्डर दा एग्जैक्टली ऑपोजिट बच्चे, क्लियर नाउ, डन। सो नाउ वी शैल मूव ऑन टू द नेक्स्ट एंड द लास्ट प्रॉपर्टी बच्चे, नेक्स्ट एंड द लास्ट प्रॉपर्टी। सो इत्थे आपां ने डिस्कस करना है बच्चे बेसिक नेचर। ठीक है, हुण इत्थे मैं तुहानूं एक मिसकंसेप्शन क्लियर कर दवां, ठीक है। बेसिक नेचर के केस मैं तुहानूं एक मिसकंसेप्शन क्लियर कर दवां जिहड़ी कि बच्चों की कॉमनली हुंदी है, ठीक है ना। सो वो मिसकंसेप्शन की, एक सेकंड बच्चे,
सो वो मिसकंसेप्शन की हुंदी है, देखो मिसकंसेप्शन इज की देखो ਅਸੀਂ ਕਰਵਾਇਆ ਹੁੰਦਾ ਨਾ ਕਿ ਨॉन ਮੈਟਲਸ ਦੇ ਫਾਰਮ ਐਸਿਡਸ ਤੇ ਮੈਟਲਸ ਦੇ ਫਾਰਮ ਬੇਸਿਸ, ਤਾਂ ਬੱਚੇ ਕਹਿੰਦੇ ਕਿ ਸਰ ਮੈਟਲਸ ਬਿਲਕੁਲ ਨੀਚੇ ਪਏ ਹੈ, ਬਿਸਮੁਥ ਦਾ ਹਾਈਡਰਾਈਡ ਸਭ ਤੋਂ ਸਟਰੋਂਗ ਬੇਸ ਹੋਣਾ ਚਾਹੀਦਾ ਹੈ, ਸਭ ਤੋਂ ਵੀਕ, ਬਟ ਉਹ ਲੌਜੀਕ ਕਿਹਦੇ ਲਈ ਹੁੰਦਾ ਹੈ? ਆਕਸਾਈਡਸ ਤੇ ਹਾਈਡਰੋਕਸਾਈਡਸ ਲਈ। ਇੱਥੇ ਬੱਚੇ ਆਕਸੀਜਨ ਤਾਂ ਹੈ ਹੀ ਨਹੀਂ, ਆਪਾਂ ਇੱਥੇ ਹਾਈਡਰਾਈਡਸ ਦੀ ਗੱਲ ਕਰ ਰਹੇ ਹਾਂ, ਇੱਥੇ ਟੋਟਲੀ ਡਿਫਰੈਂਟ ਲੌਜੀਕ ਲੱਗੂਗਾ, ਠੀਕ ਹੈ ਨਾ। ਪਹਿਲਾਂ ਮੈਂ ਤੁਹਾਨੂੰ ਉਲਟਾ ਚੱਲਦਾ ਹੈ, ਮੈਂ ਤੁਹਾਨੂੰ ਪਹਿਲਾਂ ਐਸਿਡਿਕ ਨੇਚਰ ਸਮਝਾਉਣਾ ਹੈ ਇਹਨਾਂ ਦੇ ਕੇਸ 'ਚ, ਬੇਸਿਕ ਨੇਚਰ ਤਾਂ ਉਲਟਾ ਹੋ ਹੀ ਜਾਊਗਾ। ਸੋ ਹੁਣ ਦੇਖੋ ਇਹ HF ਦਾ ਸਟਰਕਚਰ ਹੈ, ਇਹ HCl ਦਾ, ਇਹ HBr ਦਾ ਔਰ ਇਹ HI ਦਾ। ਇਹ ਮੈਂ ਐਂ ਕਿਉਂ ਬਣਾਏ ਹੈ? ਕਿਉਂਕਿ ਹੈਲੋਜਨ ਦਾ ਸਾਈਜ਼ ਵੱਧਦਾ ਜਾ ਰਿਹਾ ਹੈ, ਜਿਹਦੇ ਕਰਕੇ ਬੌਂਡ ਲੈਂਥ ਵੱਧਦੀ ਜਾ ਰਹੀ ਹੈ। ਹੁਣ ਤੁਸੀਂ ਖੁਦ ਸੋਚੋ ਕਿਸ ਨੂੰ ਤੋੜਨਾ ਸਭ ਤੋਂ ਜ਼ਿਆਦਾ ਈਜ਼ੀ ਹੈ? ਇਸ ਨੂੰ। ਇਹ ਸਭ ਤੋਂ ਜਲਦੀ ਬ੍ਰੇਕ ਡਾਊਨ ਹੋਊਗਾ। ਐਸਿਡਿਟੀ ਕੀ ਹੁੰਦੀ ਹੈ? ਐਸਿਡਿਕ ਕਰੈਕਟਰ ਕੀ ਹੁੰਦਾ ਹੈ? ਦ ਐਬਿਲਿਟੀ ਟੂ ਰਿਲੀਜ਼ H ਪੋਜ਼ਿਟਿਵ, ਦ ਐਬਿਲਿਟੀ ਟੂ ਰਿਲੀਜ਼ H ਪੋਜ਼ਿਟਿਵ। ਤਾਂ ਸਭ ਤੋਂ ਜਲਦੀ H ਪੋਜ਼ਿਟਿਵ ਇਹ ਰਿਲੀਜ਼ ਕਰੂਗਾ। ਜਦੋਂ ਸਭ ਤੋਂ ਜਲਦੀ H ਪੋਜ਼ਿਟਿਵ ਇਹ ਰਿਲੀਜ਼ ਕਰੂਗਾ ਤਾਂ ਸਭ ਤੋਂ ਸਟਰੋਂਗ ਐਸਿਡ ਇਜ਼ HI। ਕਲੀਅਰ? ਸੋ ਬੱਚੇ ਐਸਿਡਿਕ ਕਰੈਕਟਰ HI greater than HBr greater than HCl greater than HF, ਠੀਕ ਹੈ ਨਾ। ਇਸ ਦੇ ਵਿੱਚੋਂ ਆਪਾਂ ਨੂੰ ਅਗਲਾ ਕੁਐਸਚਨ ਪੁੱਛੇ ਜਾਣ ਦੇ ਚਾਂਸਸ ਬਹੁਤ ਘੱਟ ਹੈ, ਕਿਉਂਕਿ ਇਹ ਵੀ ਫੈਮਿਲੀ ਲਗਭਗ ਨਿਊਟਰਲ ਹੀ ਹੁੰਦੀ ਹੈ ਨਾ, ਵਾਟਰ ਇਜ਼ ਅ ਨਿਊਟਰਲ। ਤਾਂ ਇਹ ਐਸਿਡਸ ਨੇ, ਤਾਂ ਇਹਦੇ ਚੋਂ ਮੈਂ ਤੁਹਾਨੂੰ ਐਸਿਡਿਕ ਕਰੈਕਟਰ ਸਮਝਾਤਾ। ਹੁਣ ਇਹ ਬੇਸਿਕ ਹੈ ਤਾਂ ਉਲਟਾ, ਅਗਰ ਐਸਿਡਿਕ ਸਭ ਤੋਂ ਨੀਚੇ ਵਾਲਾ ਜ਼ਿਆਦਾ ਹੈ ਤਾਂ ਬੇਸਿਕ ਸਭ ਤੋਂ ਉੱਪਰ ਵਾਲਾ ਜ਼ਿਆਦਾ ਹੈ। ਲੌਜਿਕ ਕੀ ਹੈ ਉਸ ਤੇ ਮੈਂ ਆਉਣਾ ਹੈ। ਸੋ ਬੱਚੇ ਧਿਆਨ ਚ ਰੱਖਿਓ, ਇੱਕ ਕਾਮਨ ਮਿਸਕਨਸੈਪਸ਼ਨ ਹੈ। ਅਗਰ ਬੱਚਿਆਂ ਨੂੰ ਐਗਜ਼ਾਮ ਚ ਆ ਜਾਏ ਕਿ HCl ਤੇ HBr ਚੋਂ ਕਿਹੜਾ ਸਟਰੋਂਗਰ ਐਸਿਡ ਹੈ, ਬੱਚੇ HCl ਹੀ ਲਿਖ ਕੇ ਆਉਂਦੇ ਆ। ਉਹਦਾ ਮੋਸਟ ਪ੍ਰੋਬੇਬਲ ਰੀਜ਼ਨ ਇਹੀ ਹੁੰਦਾ ਕਿਉਂਕਿ HCl ਤਾਂ ਆਪਾਂ ਕਾਮਨਲੀ ਸੁਣਦੇ ਆ। ਦੇਖੋ ਜਿਹੜਾ ਤਾਂ ਬੱਚਾ ਲੌਜਿਕ ਲਗਾ ਲੈਂਦਾ ਹੈ ਹਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਉਹ ਕਹਿ ਲੈਂਦਾ ਕਿ ਸਰ ਨੇ ਕਿਹਾ ਸੀ ਕਿ ਨॉन ਮੈਟਲਸ ਦੇ ਫਾਰਮ ਐਸਿਡਸ, ਤਾਂ ਕਲੋਰੀਨ ਇਜ਼ ਅ ਸਟਰੋਂਗਰ ਨॉन ਮੈਟਲ, ਸੋ HCl ਇੱਕ ਸਟਰੋਂਗਰ ਐਸਿਡ ਹੈ। ਬਟ ਨਹੀਂ, ਉਹ ਲੱਗੂਗਾ ਲੌਜਿਕ ਆਕਸਾਈਡਸ ਤੇ ਹਾਈਡਰੋਕਸਾਈਡਸ ਦੇ ਕੇਸ ਜਦੋਂ ਆਕਸੀਜਨ ਹੁੰਦੀ ਹੈ ਵਿੱਚ, ਆਕਸੋ ਐਸਿਡਸ। ਇੱਥੇ ਆਪਣਾ HBr ਇਜ਼ ਅ ਸਟਰੋਂਗਰ ਐਸਿਡ, ਕਿਉਂਕਿ ਬੌਂਡ ਲੈਂਥ ਜ਼ਿਆਦਾ ਹੋਣ ਕਰਕੇ ਬੌਂਡ ਜਲਦੀ ਟੁੱਟੂਗਾ, ਜਲਦੀ H ਪੋਜ਼ਿਟਿਵ ਰਿਲੀਜ਼ ਹੋਊਗਾ। ਹੁਣ ਇੱਥੇ ਲੌਜਿਕ ਕੀ ਲੱਗਣਾ ਬੱਚੇ? ਸੋ ਅਗੇਨ ਮੈਂ ਪਹਿਲਾਂ ਇੱਕ ਐਮੋਨੀਆ ਦਾ ਸਟਰਕਚਰ ਬਣਾਤਾ, और एक फॉस्फीन का स्ट्रक्चर बनाता। फाइन। सो बच्चे देखो हुन सब तो पहला तो आपां नूं ये पता होना चाहिए है कि जेड़ा इन्हां दा बेसिक करैक्टर है वो किहदे करके है। देखो बेस दी डेफिनेशन की हुंदी है? एक हुंदा है विच कैन रिलीज OH नेगेटिव आयंस, ते आपां नूं क्लियरली दिख रहा है भी OH नेगेटिव तां इन्हां कोल है ही नहीं। ਇਹ ਕਿਹੜੇ ਬੇਸ ਦੀ ਕੈਟਾਗਰੀ ਜਾਂਦੇ ਨੇ? ਜਿਹੜਾ OH ਨੈਗੇਟਿਵ ਦਿੰਦਾ ਹੁੰਦਾ ਉਹ ਕਿਹੜਾ ਬੇਸ ਹੁੰਦਾ? ਆਰੀਨੀਅਸ ਬੇਸ। ਯਾਦ ਹੈ ਨਾ, ਆਪਣੇ ਕੋਲ ਤਿੰਨ ਐਸਿਡ ਬੇਸ ਕਨਸੈਪਟ ਹੁੰਦੇ ਨੇ, ਆਰੀਨੀਅਸ, ਲੌਰੀ ਬ੍ਰੌਨਸਟਡ ਐਂਡ ਲਿਊਇਸ। ਇਹ ਲਿਊਇਸ ਬੇਸ ਨੇ ਬੱਚੇ ਕਿਉਂਕਿ ਦੇ ਹੈਵ ਲੋਨ ਪੇਅਰਸ, ਹੈ ਨਾ, ਦੇ ਆਲ ਆਰ ਲਿਊਇਸ ਬੇਸਿਸ ਡਿਊ ਟੂ the presence of lone pair of electrons over the central atom, over central atom। so central atom को lone pair होने करके वो lone pair release कर सकते ने, जिन्हें करके they are Lewis bases। clear ना? जिसदे करके अपन ना Lewis bases कहते हैं, ठीक है। so हुन एक सिंपल जी गल है बच्चे कि जेड़ा जल्दी लोन पेयर रिलीज करूगा वो स्ट्रॉन्गर बेस है। सो अगेन मैं की लिख रहे हैं कि जिमें जिमें मैं नीचे आ रहे हैं, जो सेंट्रल एटम दी इलेक्ट्रोनेगेटिविटी है वो डिक्रीज करती जा रही है। नाइट्रोजन सब तो ज्यादा इलेक्ट्रोनेगेटिव है, फॉस्फोरस उर्दू कट एंड सो ऑन, ठीक है। जिमें जिमें इलेक्ट्रोनेगेटिविटी डिक्रीज कर रही है, जेडे बॉन्ड पेयर्स ने वो सेंट्रल एटम तो दूर मूव करते जा रहे हैं, ठीक है। सो द बॉन्ड पेयर्स ऑफ इलेक्ट्रॉन्स मूव अवे फ्रॉम E, ठीक है ना। सो सेंट्रल एटम तो दूर होंगे जा रहे हैं, जिमें जिमें वो दूर होंगे जा रहे हैं, डिस्टेंस बिटवीन लोन पेयर ते बॉन्ड पेयर
ਵੱਧਦਾ ਜਾ ਰਿਹਾ ਹੈ। ਆ ਲੋਨ ਪੇਅਰ ਤੇ ਬੌਂਡ ਪੇਅਰ ਦਾ ਡਿਸਟੈਂਸ ਵੱਧ ਗਿਆ ਕਿ ਨਹੀਂ, ਯਾਨੀ ਕਿ ਜਿਹੜੀ ਇਲੈਕਟ੍ਰॉन ਡੈਂਸਿਟੀ ਹੈ ਉਹ ਡਿਕਰੀਜ਼ ਹੁੰਦੀ ਜਾ ਰਹੀ ਹੈ। देखो इतने इलेक्ट्रॉन्स ज्यादा क्राउडेड ने, इतने डेंसिटी ज्यादा है, इतने घट गई, दूर चले गए, है ना। जिवें जिवें इलेक्ट्रॉन डेंसिटी घटती जा रही है, रिपल्शन बिटवीन लोन पेयर एंड बॉन्ड पेयर घटती जाऊगी। इतने ज्यादा रिपल्शन मिलूगी लोन पेयर नूं, इतने घट मिलूगी। सो जिन्हों घट रिपल्शन मिलूगी, हुण तुसीं खुद सोचो, आवला लोन पेयर जल्दी रिलीज होगा कि आवला, इन्हों ज्यादा रिपल्शन मिल रही है नीचों, तो ये जल्दी रिलीज होगा, ये लेट रिलीज होगा। सो द एबिलिटी टू रिलीज द लोन पेयर्स डिक्रीज करती जाऊगी। सो जिवें जिवें रिपल्शन डिक्रीज करूगी लोन पेयर ते बॉन्ड पेयर दी, देखो ना बच्चे, आपां ने लोन पेयर रिलीज कराना है, तो लोन पेयर रिलीज कराने लई नीचों उसनूं पुश मिलना चाहिए बॉन्ड पेयर्स वालों। सो इत्थे पुश ज्यादा मिलूगा क्योंकि नेड़े ने ज्यादा रिपल्शन है, इत्थे रिपल्शन घट गई, पुश घट मिलूगा। सो एबिलिटी टू रिलीज द लोन पेयर डिक्रीज कर दी जाऊगी, ते लोन पेयर रिलीज करन करके ही तां ओह ल्यूइस बेसिस ने। सो जो बेसिक करैक्टर है वो डिक्रीज करता जाऊंगा। सो एमोनिया विल बी द मोस्ट बेसिक एंड बिस्मथीन विल बी द लीस्ट बेसिक ऑफ द हाइड्राइड्स ऑफ ग्रुप 15। Clear बच्चे? So with this we complete the properties of hydrides. Done. Very important topic. बच्चे hydrides के questions तो बिना +2 ਦਾ एग्जाम या competitive एग्जाम कोई भी complete नहीं होता। ਇਹਦੇ ਵਿੱਚੋਂ question ਪੱਕਾ ਆਉਂਦਾ ਹੀ ਆਉਂਦਾ ਹੈ, ਠੀਕ ਹੈ ਨਾ। बस ਜਦੋਂ ਥਿਉਰੀ ਵਿੱਚ question ਆਏਗਾ ਤਾਂ ਬੜਾ ਉੱਪਰੋਂ ਜੇ ਆ ਜਾਏਗਾ ਕਿ ਜਿੱਦਾਂ boiling point ਦਾ question ਹੈ तो वाटर का बॉइलिंग पॉइंट ज्यादा है कि H2S का ज्यादा है, वाटर का ज्यादा है कि HF का ज्यादा है, ठीक है ना। अच्छा ये भी ध्यान च रखना है कि आउट ऑफ एमोनिया वाटर एंड HF सब तो स्ट्रॉन्ग हाइड्रोजन बॉन्डिंग HF च है क्योंकि फ्लोरीन की इलेक्ट्रोनेगेटिविटी सब तो ज्यादा है, बट बॉइलिंग पॉइंट वाटर का सब तो ज्यादा होता है ड्यू टू ज्यादा एक्सटेंसिव, ड्यू टू मोर एक्सटेंसिव हाइड्रोजन बॉन्डिंग, क्योंकि वाटर का एक मॉलिक्यूल 4 हाइड्रोजन बॉन्ड्स बना के रखता है, ठीक है ना। सो ਇਹ ਹਾਈਡਰਾਈਡਸ ਜਿਹੜੇ ਨੇ ਬੱਚੇ, ਅੱਛਾ ਜਦੋਂ MCQs ਦਾ ਕੁਐਸਚਨ ਆਏਗਾ ਉਹਦੇ ਵਿੱਚੋਂ ਪ੍ਰੋਪਰ ਆਰਡਰ ਹੀ ਪੁੱਛ ਲੈਂਦੇ ਆ, ਠੀਕ ਹੈ ਨਾ। ਸੋ ਉਸ ਹਿਸਾਬ ਨਾਲ ਉਹ ਥੋੜਾ ਜਿਹਾ ਜ਼ਿਆਦਾ ਡੀਪ ਹੋਏਗਾ ਕੁਐਸਚਨ, ਬਸ ਥਿਓਰੇਟੀਕਲ ਕੁਐਸਚਨ ਥੋੜਾ ਜਿਹਾ ਈਜ਼ੀ ਹੋਏਗਾ, ਬਟ ਹਾਈਡਰਾਈਡਸ ਦੇ ਵਿੱਚੋਂ ਕੁਐਸਚਨ ਜ਼ਰੂਰ ਆਏਗਾ, ਠੀਕ ਹੈ ਨਾ। ਆਈ ਜਸਟ ਟੈਲ ਯੂ ਕਿ ਕੁਐਸਚਨਸ ਰਿਲੇਟਡ ਟੂ ਹਾਈਡਰਾਈਡਸ ਇਨ योर ਨੋਟਸ ਬੱਚੇ ਦੇ ਆਰ ਮੈਂਸ਼ਨਡ ਐਜ਼, ਸੋ ਆਪਾਂ ਨੇ ਕੁਐਸਚਨ ਨੰਬਰ 10 ਕਵਰ ਕਰ ਲੈਣਾ ਜਿਹਦੇ ਵਿੱਚ ਸਾਰੀ ਡਿਟੇਲ ਮੈਂਸ਼ਨਡ ਹੈ, क्वेश्चन नंबर 11 कवर कर लेना है एंड क्वेश्चन नंबर 12 कवर कर लेना है, ठीक है बच्चे। सो टिल नाउ वी हैव कवर्ड टिल क्वेश्चन नंबर 12 एंड अपन क्वेश्चन नंबर 15 एंड 16 भी कवर कर ले। एंड वंस अगेन आई रिपीट बच्चे कि ਜਿਹੜੇ ਇਹ ਹਾਈਡਰਾਈਡਸ ਹੈ, ਹੁਣ ਤੁਸੀਂ ਆਪਣੀ ਡਿਊਟੀ ਦੇ ਹਿਸਾਬ ਨਾਲ ਇਹਨਾਂ ਹਾਈਡਰਾਈਡਸ ਦੇ ਕੁਐਸਚਨਸ ਗਰੁੱਪ 16 ਚੋਂ ਵੀ ਕਵਰ ਕਰ ਲੈਣੇ ਆ ਤੇ ਗਰੁੱਪ 17 ਚੋਂ ਵੀ ਕਵਰ ਕਰ ਲੈਣੇ ਆ, ਠੀਕ ਹੈ ਨਾ। ਉੱਥੇ ਚਲੇ ਜਾਈਓ, ਜਿਹੜਾ ਵੀ ਇਹਨਾਂ ਦਾ ਕੁਐਸਚਨ ਹੈ ਚਲੋ ਮੈਂ ਤੁਹਾਨੂੰ ਦੱਸ ਹੀ ਦਿੰਦਾ, ਪਲੀਜ਼ ਵੇਟ, ਠੀਕ ਹੈ। ਨਹੀਂ ਤਾਂ ਮੈਨੂੰ ਪਤਾ ਹੈ ਤੁਸੀਂ ਇਹੋ ਰੀਜ਼ਨ ਦੇ ਦੇਣਾ ਕਲਾਸ ਦੇ ਵਿੱਚ ਕਿ ਗਰੁੱਪ ਦੇ ਵਿੱਚ ਸੌਰੀ ਕਿ ਅਸਲ ਸਾਨੂੰ ਕੁਐਸਚਨ ਹੀ ਨਹੀਂ ਮਿਲਿਆ। ਸੋ ਗਰੁੱਪ 16 ਦਾ ਹਾਈਡਰਾਈਡਸ ਦਾ ਕੁਐਸਚਨ ਇਜ਼ ਮੈਂਸ਼ਨਡ ਐਜ਼ ਕੁਐਸਚਨ ਨੰਬਰ 88 ਬੱਚੇ, ਕੁਐਸਚਨ ਨੰਬਰ 88, ਸੋ ਉੱਥੋਂ ਕਵਰ ਕਰ ਲੈਣਾ ਹੈ। ਗਰੁੱਪ 17 ਦੇ ਹਾਈਡਰਾਈਡਸ ਦਾ ਕੁਐਸਚਨ ਇਜ਼ ਮੈਂਸ਼ਨਡ ਐਜ਼ क्वेश्चन नंबर 156, सो क्वेश्चन नंबर 156, सो वो भी नाल ही कवर करना है, क्लियर, डन। सो क्वेश्चन नंबर 88 ऑक्सीजन फैमिली चो एंड क्वेश्चन नंबर 56 फ्रॉम हेलोजेंस, ठीक है बच्चे। सो ये हाइड्राइड्स अगेन आई रिपीट कि इन्हां विचों क्वेश्चन जरूर आऊगा बच्चे, जेड़ा अज आपां ने पोर्शन कवर कीता है ये सारा पोर्शन ही इंपॉर्टेंट है, whether it be catenation, whether it be nitrogen ਤੇ phosphorus ਦੀ physical state, whether it be anomalous behavior of nitrogen ਜਾਂ oxygen, whether it be hydrides ਦੀਆਂ general properties, ठीक है। So once again I repeat
कि पहली प्रॉपर्टी वाज स्ट्रक्चर एंड हाइब्रिडाइजेशन। सो इथे स्ट्रक्चर होएगा पिरामिडल, हाइब्रिडाइजेशन sp3, इथे स्ट्रक्चर होएगा बेंट एंड हाइब्रिडाइजेशन अगेन sp3। नंबर 2 बॉन्ड एंगल्स, नीचे जाने वक्त बॉन्ड एंगल्स विल डिक्रीज। नंबर 3 थर्मल स्टेबिलिटी डिक्रीज। नंबर 4 रिड्यूसिंग करैक्टर इंक्रीज। नंबर 5 बॉइलिंग पॉइंट्स नीचे जाने वक्त इंक्रीज करेंगे, बट इस ग्रुप च सब तो ज्यादा बॉइलिंग पॉइंट HF दा होएगा, इथे वाटर दा, इथे नो डाउट बिस्मथीन दा, बट व्हाट एमोनिया दा बॉइलिंग पॉइंट विल बी ग्रेटर देन फॉस्फीन एंड आर्सीन। इथे आ जाएगा बच्चे एमोनिया दा बॉइलिंग पॉइंट, ठीक है। ਇਹਦੇ ਨਾਲ ਹੀ ਰਿਲੇਟਡ ਵੋਲੇਟਿਲਿਟੀ, ਇਹ ਸਭ ਤੋਂ ਘੱਟ ਵੋਲੇਟਾਈਲ, ਇਹ ਸਭ ਤੋਂ ਜ਼ਿਆਦਾ ਵੋਲੇਟਾਈਲ, ਇਹ ਸਭ ਤੋਂ ਘੱਟ ਵੋਲੇਟਾਈਲ, ਇਹ ਸਭ ਤੋਂ ਜ਼ਿਆਦਾ ਵੋਲੇਟਾਈਲ, ਇਹ ਸਭ ਤੋਂ ਘੱਟ ਵੋਲੇਟਾਈਲ, ਇਹ ਸਭ ਤੋਂ ਜ਼ਿਆਦਾ ਵੋਲੇਟਾਈਲ, ਠੀਕ ਹੈ। ਨੈਕਸਟ ਜਿਹਨੂੰ ਆਪਾਂ ਨੇ ਐਸਿਡਿਕ ਜਾਂ ਬੇਸਿਕ ਨੇਚਰ ਕੀਤਾ ਹੈ, ਨੀਚੇ ਜਾਂਦੇ ਵਕਤ ਬੇਸਿਕ ਨੇਚਰ ਘਟੂਗੀ ਤੇ ਐਸਿਡਿਕ ਨੇਚਰ ਆਫ ਹਾਈਡਰਾਈਡਸ ਵਧੂਗੀ। ਸੋ ਇਹਨਾਂ ਦੇ ਵਿੱਚੋਂ this is the strongest acid and this is the weakest acid, ਇਹਨਾਂ ਦੇ ਵਿੱਚੋਂ this is the weakest base and this is the strongest base। clear ਬੱਚੇ? so ਇੰਨਾ ਪੋਰਸ਼ਨ ਤੁਸੀਂ ਅੱਜ ਲਈ ਕਵਰ ਕਰ ਲੈਣਾ ਬੱਚੇ, ਠੀਕ ਹੈ ਨਾ। ਅੱਛਾ, one thing I would like to tell you ਕਿ ਹੁਣ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਨਾਲ ਨਾਲ NCERT ਤੇ ਬੈਕ ਐਕਸਰਸਾਈਜ਼ ਦੇ ਕੁਐਸਚਨਸ ਕਵਰ ਕਰ ਹੀ ਰਹੇ ਸੀ, ਠੀਕ ਹੈ। ਤੇ ਹੁਣ ਆਪਾਂ ਅਗੇਨ ਡੀ ਐਂਡ ਐਫ ਬਲੌਕ ਤੋਂ ਵੀ ਸਟਾਰਟ ਕਰਨੇ ਆ ਬੱਚੇ ਉਹ, ਬਟ ਹੁਣ ਉੱਥੇ ਇੱਕ ਪ੍ਰੋਬਲਮ ਆਏਗੀ ਕਿ ਕੁਝ ਪੋਰਸ਼ਨਸ ਹੁਣ ਸਿਲੇਬਸ ਤੋਂ ਬਾਹਰ ਹੈ, ਠੀਕ ਹੈ ਨਾ। ਤਾਂ ਪਹਿਲਾਂ ਤਾਂ ਜਿਵੇਂ ਮੈਂ ਤੁਹਾਨੂੰ ਡਾਇਰੈਕਟਲੀ ਇਦਾਂ ਕਹਿੰਦਾ ਸੀ ਕਿ ਕਵਰ ਫਰੋਮ ਕੁਐਸਚਨ ਨੰਬਰ 1 to 35 ਜਾਂ 30 ਜੋ ਵੀ ਹੈ ਨਾ। ਤਾਂ ਨਾਓ ਵਾਟ ਆਈ ਡੂ ਇਜ਼ ਕਿ ਮੈਂ ਥੋੜਾ ਜਿਹਾ ਨੋ ਡਾਊਟ ਕਿ ਕੁਝ ਮਿਹਨਤ ਮੇਰੇ ਪਾਰਟ ਤੇ ਵੱਧ ਗਈ, ਕੁਝ ਮਿਹਨਤ ਤੁਹਾਡੇ ਪਾਰਟ ਤੇ ਤਾਂ ਆਲਰੇਡੀ ਕਾਫੀ ਹੋਈ ਰਹੀ ਹੈ, ਠੀਕ ਹੈ। ਤਾਂ ਵਾਟ ਆਈ ਡੂ ਇਜ਼ ਕਿ ਆਈ ਮਾਰਕ ਦੋਜ਼ ਕੁਐਸਚਨਸ ਐਂਡ ਮੈਂ ਤੁਹਾਨੂੰ ਭੇਜ ਦਿਆ ਕਰਾਂਗੇ ਕਿ ਲਾਈਕ 1 to 5 करो, then 8 to 10 करो, मतलब ਜਿਹੜੇ ਕੁਐਸਚਨਸ ਹੁਣ ਆਊਟ ਆਫ ਸਿਲੇਬਸ ਹੈ ਉਹ ਮੈਂ ਸਟ੍ਰਾਈਕ ਆਫ ਕਰ ਦਾਂਗਾ, ਠੀਕ ਹੈ। ਤਾਂ ਤੁਸੀਂ ਉਹੀ ਕੁਐਸਚਨਸ ਪੜ੍ਹਨੇ ਹੋਣਗੇ ਜਿਹੜੇ ਕੁਐਸਚਨਸ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਬੁੱਕ ਦੇ ਵਿੱਚ ਸਾਰੇ ਕੁਐਸਚਨਸ ਬੱਚੇ ਮਿਕਸਡ ਹੋਣਗੇ, ਠੀਕ ਹੈ ਨਾ। ਤੇ ਜਦੋਂ ਮਿਕਸਡ ਹੁੰਦੇ ਨੇ ਐਂਡ ਜਦੋਂ ਆਪਾਂ ਆਪਣੇ ਆਪ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਆਪਾਂ ਕਨਫਿਊਜ਼ ਹੋ ਜਾਂਦੇ ਆ ਕਿ ਆਪਾਂ ਨੂੰ ਆਂਦਾ ਜਾਂ ਨਹੀਂ ਆਂਦਾ। ਹੁਣ ਦ ਪ੍ਰੋਬਲਮ ਇਜ਼ ਕਿ ਉਹਨਾਂ ਨੇ ਕੁਝ ਪ੍ਰੋਬਲਮਸ, ਕੁਝ ਕੁਐਸਚਨਸ, ਕੁਝ ਪੋਰਸ਼ਨਸ ਹੈਫਜ਼ਡਲੀ ਮਿਸ ਕਰਤੇ ਵਿੱਚੋਂ, ਠੀਕ ਹੈ ਨਾ। ਉਹਨਾਂ ਨੇ ਇਹ ਨਹੀਂ ਕੀਤਾ ਕਿ ਇੱਕ ਚੈਪਟਰ ਕੱਟ ਦੋ ਜਾਂ ਇੱਕ ਚੈਪਟਰ ਦਾ ਇੱਕ ਪੋਰਸ਼ਨ ਪੂਰਾ ਕੱਟ ਦੋ, ਉਹਨਾਂ ਨੇ ਵਿੱਚੋਂ ਟੌਪਿਕਸ ਕਟਵਾਤੇ, ਠੀਕ ਹੈ ਨਾ। ਤਾਂ ਇਸ ਕਰਕੇ ਵਾਟ ਆਈ, ਅੱਛਾ ਇੱਥੇ ਤਾਂ ਆਪਾਂ ਨੂੰ ਕਲੀਅਰ ਹੀ ਹੈ। ਦੇਖੋ ਮੈਂ ਤੁਹਾਨੂੰ ਚੈਪਟਰ ਇਹ ਕੰਪਲੀਟ ਦੇਤਾ ਪੀ ਬਲੌਕ, ਬਟ ਇਸ ਦੇ ਕੁਐਸਚਨਸ ਜਿਹੜੇ ਸਿਲੇਬਸ ਤੋਂ ਬਾਹਰ ਆ ਉਸ ਨੂੰ ਮੈਂ ਦੱਸਦਾ ਜਾਵਾਂਗਾ ਨਾਲ ਨਾਲ, ਕਿਉਂਕਿ ਆਪਾਂ ਡਿਸਕਸ ਹੀ ਕੁਐਸਚਨਸ ਦੀ ਫਾਰਮ 'ਚ ਕਰ ਰਹੇ ਹਾਂ, ਠੀਕ ਹੈ ਨਾ। ਬਟ ਜੋ ਬੈਕ ਐਕਸਰਸਾਈਜ਼ ਹੈ ਉਹ ਹੁਣ ਅੱਜ ਤੋਂ ਬਾਅਦ ਜਿਹੜੇ ਵੀ ਚੈਪਟਰਸ ਆਪਣੇ ਹੈਗੇ ਨੇ ਆਪਾਂ ਉਹਨਾਂ ਨੂੰ ਇਦਾਂ ਹੀ ਫੋਲੋ ਕਰਾਂਗੇ ਕਿ ਮੈਂ ਤੁਹਾਨੂੰ ਖੁਦ ਛਾਂਟ ਕੇ ਦੇਦਾ ਕਰਾਂਗਾ ਕਿ ਜਿਹੜੇ ਕੁਐਸਚਨਸ ਤੁਸੀਂ ਛੱਡਨੇ ਆ ਉਹ ਹੁਣ ਆਪਣੇ ਸਿਲੇਬਸ 'ਚ ਨਹੀਂ ਹੈ, ਠੀਕ ਹੈ ਨਾ। ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗੇਗਾ ਬੱਚੇ, ਅਦਰਵਾਈਜ਼ ਯੂ ਵਿਲ ਗੈਟ ਮਤਲਬ ਯੂ ਵਿਲ ਗੈਟ ਕਨਫਿਊਜ਼ਡ, ਬਹੁਤ ਬੁਰੀ ਤਰ੍ਹਾਂ ਕਨਫਿਊਜ਼ ਹੋ ਜਾਓਗੇ ਅਗਰ ਤੁਸੀਂ ਖੁਦ ਪੜ੍ਹਨੇ ਸਟਾਰਟ ਕਰਦੇ, ਕਿਉਂਕਿ ਉਹ ਫਿਰ ਇੱਕ ਮਤਲਬ ਮੋਰਲ ਵੀ ਡਾਊਨ ਹੁੰਦਾ ਅਗਰ ਆਪਾਂ ਨੂੰ ਕੁਐਸਚਨ ਨਹੀਂ ਆਉਂਦਾ, ਆਪਾਂ ਨੂੰ ਇਹ ਕੌਨਫੀਡੈਂਸ ਵੀ ਨਹੀਂ ਹੁੰਦਾ ਕਿ ਸਿਲੇਬਸ 'ਚ ਹੈ ਜਾਂ ਨਹੀਂ ਹੈ। ਤਾਂ ਮੈਂ ਤੁਹਾਨੂੰ ਮਾਰਕ ਕਰ ਦਾਂਗਾ ਕਿ ਕਿਹੜੇ ਕੁਐਸਚਨਸ ਹੁਣ ਸਿਲੇਬਸ 'ਚ ਹੈਗੇ ਨੇ ਤੇ ਕਿਹੜੇ ਕੁਐਸਚਨਸ ਹੁਣ ਸਿਲੇਬਸ 'ਚ ਨਹੀਂ ਹੈਗੇ ਬੱਚੇ, ਠੀਕ ਹੈ। ਸੋ ਇੰਨਾ ਪੋਰਸ਼ਨ ਇੱਕ ਵਾਰ ਤੁਸੀਂ ਕਵਰ ਕਰ ਲਿਓ। ਕੀਪ ਸਟੱਡਿੰਗ, ਕੀਪ ਰਿਵਾਈਜ਼ਿੰਗ ਐਂਡ ਟੇਕ ਵੈਰੀ ਗੁੱਡ ਕੇਅਰ ਆਫ ਯਰ ਹੈਲਥ। ਥੈਂਕ ਯੂ ਬੱਚੇ।